ਪਾਪ ਲਿਹੋ ਤੁਮ ਕਥਾ ਕਥਾ ਸੁਧਾਰੀ। ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਿੰਘ ਮਜੈਲ ਤੋਂ ਥੇ ਬੁਰੇ, ਪਰ ਕਰੈ ਉਨੈ ਸੋਟਾਰ। ਕੂਟ ਲੂਟ ਓਏ ਜੋ ਕਰੈ, ਤੋ ਸਿੰਘ ਰਹਿ ਕਰ ਟਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪ ਜੀ ਨੇ ਗੁਰੂ ਖਾਲਸੇ ਪੰਥ ਦਾ ਇਤਿਹਾਸ ਸਰਵਣ ਕੀਤਾ। ਵੱਡੇ ਘੱਲੂਘਾਰੇ ਦੀ ਦਾਸਤਾਨ। ਵੱਡਾ ਘੱਲੂਘਾਰਾ ਮਾਲਵੇ ਦੀ ਧਰਤੀ ਤੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਹੋਇਆ। ਇਸ ਤੋਂ ਵੱਡੀ ਮੁਸੀਬਤ ਸ਼ਾਇਦ ਇਸ ਪੰਥ ਉੱਤੇ ਕੋਈ ਆਈ ਹੋਵੇ। ਇੱਕ ਦਿਨ ਦੇ ਵਿੱਚ 30,000 ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ ਹਨ। 5 ਫਰਵਰੀ 1762, ਯਾਨੀ ਅੱਜ ਤੋਂ ਕੋਈ 250 ਸਾਲ ਪਹਿਲਾਂ ਦੀ ਇਹ ਦਾਸਤਾਨ ਹੈ। ਅਹਿਮਦ ਸ਼ਾਹ ਅਬਦਾਲੀ ਇਰਾਦਾ ਕਰਕੇ ਆਇਆ ਕਿ ਮੈਂ ਖਾਲਸੇ ਪੰਥ ਨੂੰ ਸਦੀਵ ਕਾਲ ਲਈ ਖਤਮ ਕਰ ਦੇਣਾ। ਨਾਰੰਗਵਾਲ, ਗੁੱਜਰਵਾਲ, ਫੱਲੇਵਾਲ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਹਨ। ਇੱਥੋਂ ਖਾਲਸਾ ਪੰਥ ਤੁਰਿਆ ਔਰ ਕੁਤਬਾ, ਬਾਹਮਣੀਆਂ, ਕੋਪਰ ਹੀੜਾ, ਕਈ ਪਿੰਡਾਂ ਵਿੱਚ ਅੱਜ ਕੱਲ੍ਹ ਗੁਰਦੁਆਰੇ ਯਾਦਗਾਰੀ ਬਣੇ ਹੋਏ ਨੇ। ਲੜਾਈ ਬੜੀ ਗਹਿ-ਗਚ ਹੋਈ, ਬੜੀ ਲੰਮੀ ਲੜਾਈ ਸੀ। ਤੁਸੀਂ ਪਿਛਲੇ 5-4 ਦਿਨਾਂ ਤੋਂ ਲਗਾਤਾਰ ਉਸ ਜੰਗ ਦੀ ਕਥਾ ਸੁਣਦੇ ਆ ਰਹੇ ਹੋ। ਬਹੁਤ ਸਾਰੀਆਂ ਬੀਬੀਆਂ, ਬੱਚੇ, ਬੁੱਢੇ, ਬੇਗੁਨਾਹ ਲੋਕ ਇਸ ਲੜਾਈ 'ਚ ਮਾਰੇ ਗਏ। ਅਬਦਾਲੀ ਸਿੱਖਾਂ ਦਾ ਲੱਕ ਤੋੜ ਕੇ, ਸਿੱਖਾਂ ਦਾ ਆਪਣੇ ਵੱਲੋਂ ਖਾਤਮਾ ਕਰਕੇ ਮੁੜਿਆ। ਉਹ ਵੀ ਤਾਂ ਮੁੜਿਆ ਕਿ ਉਹਦੀ ਫੌਜ ਨੂੰ ਪੀਣ ਲਈ ਪਾਣੀ ਨਹੀਂ ਮਿਲਿਆ। ਮਾਲਵੇ ਦੀ ਧਰਤੀ ਤੇ ਪਾਣੀ ਦੀ ਬੜੀ ਕਿੱਲਤ ਹੈ ਤੇ ਗਹਿਲਾਂ ਪਿੰਡ ਹੈ ਬਰਨਾਲੇ ਦੇ ਕੋਲ। ਉੱਥੋਂ ਤੱਕ ਲੜਾਈ ਹੁੰਦੀ ਗਈ, ਗਹਿਲਾਂ ਤੱਕ ਸਿੰਘ ਗਏ। ਉੱਥੇ ਜਾ ਕੇ ਅਬਦਾਲੀ ਮੁੜ ਗਿਆ ਪਿਛਾਂ ਨੂੰ। ਉਸ ਤੋਂ ਅੱਗੇ ਸਿੰਘਾਂ ਨੇ, ਕਿਉਂਕਿ ਕੋਈ ਵੀ ਸਿੱਖ ਨਹੀਂ ਸੀ ਬਚਿਆ ਜਿਹਨੂੰ 2, 4, 10 ਫੱਟ ਨਾ ਲੱਗੇ ਹੋਣ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਸੁਲਤਾਨੁਲ ਕੌਮ 22 ਫੱਟ ਲੱਗੇ ਸਨ। ਜਥੇਦਾਰ ਚੜ੍ਹਤ ਸਿੰਘ ਦੇ ਫੱਟ ਕਹਿੰਦੇ ਗਿਣੇ ਨਹੀਂ ਜਾਂਦੇ ਸਨ। ਇਸੇ ਤਰ੍ਹਾਂ ਹੋਰ ਬੜੇ ਹੀ ਨਾਮੀ ਸਰਦਾਰ ਉਸ ਲੜਾਈ 'ਚ ਜ਼ਖਮੀ ਹੋ ਗਏ ਸਿੰਘਾਂ ਦੇ। ਬਹੁਤ ਸਾਰੇ ਸ਼ਹੀਦੀਆਂ ਪਾ ਗਏ। ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਜੀ ਬਾਬਾ ਈਸ਼ਰ ਸਿੰਘ ਜੀ ਨਿਹੰਗ ਸਿੰਘ, ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਕੋਲੋਂ ਬ੍ਰਹਮ ਵਿਦਿਆ ਦੀ ਪ੍ਰਾਪਤੀ ਕੀਤੀ ਸੀ, ਔਰ ਉਹਨਾਂ ਦੇ 2 ਗੁਰੂ ਭਾਈ ਸਨ, ਭਾਈ ਬਾਬਾ ਤਪਾ ਸਿੰਘ ਜੀ ਤੇ ਬਾਬਾ ਨੈਣਾ ਸਿੰਘ ਜੀ ਅਕਾਲੀ। ਬਾਬਾ ਨੈਣਾ ਸਿੰਘ ਜੀ, ਜਿਨ੍ਹਾਂ ਦਾ ਬੁੰਗਾ ਵਿਵੇਕਸਰ ਸਰੋਵਰ ਦੇ ਕਿਨਾਰੇ ਤੇ ਅੱਜ ਵੀ ਦਰਸ਼ਨ ਹੁੰਦੇ ਆ। ਬਾਬਾ ਈਸ਼ਰ ਸਿੰਘ, ਤਪਾ ਸਿੰਘ ਤੇ ਨੈਣਾ ਸਿੰਘ ਤਿੰਨੇ ਗੁਰੂ ਭਾਈ ਸਨ। ਬਾਬਾ ਦੀਪ ਸਿੰਘ ਜੀ ਦੇ ਵਿਦਿਆਰਥੀ ਸਿੰਘ ਸਨ। ਬਹੁਤ ਚੜ੍ਹਦੀ ਕਲਾ ਵਾਲੇ ਇਹ ਸਿੰਘ ਹੋਏ ਨੇ। ਬਾਬਾ ਨੈਣਾ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਥਾਪੇ ਗਏ। ਜਦੋਂ ਜੰਗ ਹੋ ਰਿਹਾ ਸੀ, ਉਸ ਜੰਗ ਵਿੱਚ ਵੱਡੇ ਘੱਲੂਘਾਰੇ 'ਚ ਨੈਣਾ ਸਿੰਘ, ਤਪਾ ਸਿੰਘ, ਈਸ਼ਰ ਸਿੰਘ ਇਕੱਠੇ ਸਨ। ਈਸ਼ਰ ਸਿੰਘ ਉਸ ਜੰਗ ਵਿੱਚ ਸ਼ਹੀਦ ਹੋਇਆ ਤੇ ਸ਼ਹੀਦੀ ਪਾਉਣ ਲੱਗਿਆ ਆਪਣਾ ਬੱਚਾ ਫੂਲਾ ਸਿੰਘ, ਉਦੋਂ ਬਾਬਾ ਫੂਲਾ ਸਿੰਘ 1 ਸਾਲ ਦੇ ਸਨ, ਗੋਦੀ ਵਿੱਚ ਸਨ। ਉਹਨਾਂ ਨੂੰ ਤਪਾ ਸਿੰਘ ਤੇ ਨੈਣਾ ਸਿੰਘ ਦੇ ਹਵਾਲੇ ਕਰ ਗਏ। ਬਾਬਾ ਨੈਣਾ ਸਿੰਘ ਜੀ ਨੇ ਹੀ ਫੂਲਾ ਸਿੰਘ ਨੂੰ ਪਾਲਿਆ। ਤਪਾ ਸਿੰਘ ਨੇ ਸ਼ਸਤਰ ਵਿੱਦਿਆ ਸਿਖਾਈ। ਇਸੇ ਤਰ੍ਹਾਂ ਹੋਰ ਬਹੁਤ ਖਾਨਦਾਨੀ ਸਿੰਘਾਂ ਦਾ ਜ਼ਿਕਰ ਆਉਂਦਾ ਜਿਹੜੇ ਉਸ ਜੰਗ ਵਿੱਚ ਸ਼ਾਮਲ ਸਨ। ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ 2 ਚਾਚੇ ਔਰ ਮੇਰਾ ਪਿਤਾ ਵੀ ਸ਼ਾਮਲ ਸੀ। ਮੇਰਾ ਨਾਨਾ ਤਾਂ ਫੌਜ ਦੀ ਕਮਾਨ ਕਰ ਰਿਹਾ ਸੀ। ਮੇਰੀ ਮਾਤਾ ਅਤੇ ਹੋਰ ਬਹੁਤ ਸਾਰੀਆਂ ਮਾਈਆਂ ਵੀ ਉਸ ਲੜਾਈ ਵਿੱਚ ਸ਼ਾਮਲ ਸਨ।
ਭਾਈ ਸਾਹਿਬ ਜੀ ਨੇ ਅੱਖੀਂ ਵੇਖਿਆ, ਹੱਡੀ ਹੰਡਾਇਆ ਇਤਿਹਾਸ ਆਪਣੇ ਬਜ਼ੁਰਗਾਂ ਤੋਂ ਸੁਣ ਕੇ ਲਿਖਿਆ। ਜਦੋਂ ਮਾਲਵੇ ਦੀ ਧਰਤੀ ਤੇ ਪਹੁੰਚ ਗਏ, ਇਹ ਸੋਚ ਕੇ ਸਿੰਘ ਜਾਂਦੇ ਸਨ ਮਾਲਵੇ ਵਿੱਚ ਕਿ ਮਾਲਵਾ ਸਾਡੇ ਭਰਾਵਾਂ ਦਾ, ਬਰਾੜਾਂ ਦਾ ਇਲਾਕਾ ਹੈ, ਉੱਥੇ ਕੁਝ ਸਮਾਂ ਸੁੱਖ ਦਾ ਕੱਟ ਲਵਾਂਗੇ। ਪਰ ਉੱਥੇ ਵੀ ਜਾ ਕੇ ਪਰਜਾ ਦੇ ਵਿੱਚ ਬੜੀ ਗੜਬੜ ਹੋ ਗਈ। ਬਰਾੜ ਸਿੰਘ ਜਿਹੜੇ ਸਨ ਗੁਰੂ ਕੇ ਘਰ ਨੂੰ ਮੰਨਣ ਵਾਲੇ, ਜਿਵੇਂ ਬਾਬਾ ਆਲਾ ਸਿੰਘ ਜੀ ਵਰਗੇ, ਉਹ ਤਾਂ ਪ੍ਰੇਮ ਨਾਲ ਸੇਵਾ ਕਰਦੇ ਸਨ। ਪਰ ਜਿਹੜੇ ਆਮ ਲੋਕ ਸਨ ਪਿੰਡਾਂ ਦੇ, ਉਹ ਸਿੰਘਾਂ ਦੇ ਵੈਰੀ ਬਣ ਗਏ। ਉੱਥੇ ਵੀ ਸਿੱਖਾਂ ਨੂੰ ਬੜੀ ਭਾਰੀ ਮੁਸੀਬਤ ਕੱਟਣੀ ਪਈ, ਤੰਗੀ ਕੱਟਣੀ ਪਈ। ਦੋ ਤਰ੍ਹਾਂ ਦੇ ਧੜੇ ਬਰਾੜਾਂ ਦੇ ਬਣ ਗਏ। ਇੱਕ ਗੁਰੂ ਖਾਲਸੇ ਨੂੰ ਮੰਨਣ ਵਾਲਿਆਂ ਦਾ, ਜਿਵੇਂ ਬਾਬਾ ਆਲਾ ਸਿੰਘ ਜੀ ਵਰਗੇ ਸਨ। ਇੱਕ ਉਹ ਸਨ ਜਿਹੜੇ ਖਾਲਸੇ ਨੂੰ ਮਾੜਾ ਸਮਝਦੇ ਸਨ। ਸੋ ਖਾਲਸਾ ਜੀ ਜਿਵੇਂ 10ਵੇਂ ਪਾਤਸ਼ਾਹ ਦੇ ਸਮੇਂ ਵੀ ਬਰਾੜਾਂ ਦੇ ਦੋ ਧੜੇ ਬਣ ਗਏ। ਇੱਕ ਜਿਨ੍ਹਾਂ ਨੇ ਤਨਖਾਹਾਂ ਮੰਗ ਲਈਆਂ, ਤੇ ਇੱਕ ਭਾਈ ਦਾਨ ਸਿੰਘ ਜੀ, ਜਿਨ੍ਹਾਂ ਨੂੰ ਮਹਾਰਾਜ ਨੇ ਆਖਿਆ ਸਿੱਖੀ ਕਿ ਤਨਖਾਹ, ਕਹਿੰਦਾ ਜੀ ਸਿੱਖੀ ਲੈਣੀ ਹੈ। ਸਤਿਗੁਰਾਂ ਨੇ ਆਖਿਆ ਮਾਲਵੇ ਦੀ ਸਿੱਖੀ ਤੂੰ ਰੱਖ ਲਈ, ਮਾਝੇ ਦੀ ਮਾਨ ਸਿੰਘ ਨੇ ਰੱਖ ਲਈ। ਸੋ ਪਿਆਰਿਓ, ਇਹ ਹਾਲਾਤ ਹੁਣ ਇੱਦਾਂ ਦਾ ਆ ਗਿਆ ਕਿ ਪੰਜਾਬ ਦੇ ਲੋਕ ਆਪਸ ਵਿੱਚ ਹੀ ਲੜਨ ਲੱਗ ਪਏ। ਅਬਦਾਲੀ ਤਾਂ ਚਲਾ ਗਿਆ ਸਿੱਖਾਂ ਨੂੰ ਮਾਰ ਕੇ, ਪਰ ਉਹਨਾਂ ਦੀਆਂ ਦਿੱਕਤਾਂ ਮੁੱਕੀਆਂ ਕੋਈ ਨਹੀਂ। ਉਹ ਕਥਾ ਭਾਈ ਰਤਨ ਸਿੰਘ ਜੀ ਛੋਟੇ ਵੱਡੇ ਘੱਲੂਘਾਰੇ ਤੋਂ ਬਾਅਦ ਕਿੰਨਾ ਕੁ ਸਮਾਂ ਮਾਲਵੇ ਵਿੱਚ ਸਿੱਖਾਂ ਨੇ ਔਖਾ ਕੱਟਿਆ, ਉਹਦਾ ਵੀ ਜ਼ਿਕਰ ਕਰ ਰਹੇ ਆ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। ਦੋਹਰਾ ਸਿੰਘ ਮਜਾਲ ਤੋਥੇ ਬੁਰੇ, ਪਰ ਕਰੈ ਉਨੇ ਸੋ ਟਾਰ। ਭਾਵੇਂ ਮਾਝੇ ਦੇ ਸਿੰਘ ਬੜੇ ਲੜਾਕੇ ਹੁੰਦੇ ਨੇ, ਬੜੇ ਦਰਾਛੇ ਹੁੰਦੇ ਨੇ ਮਜੈਲ, ਪਰ ਫਿਰ ਵੀ ਉਹ ਮਾਲਵੇ 'ਚ ਆ ਕੇ ਦਰ ਗੁਜ਼ਰ ਕਰਦੇ ਸਨ। ਦਰ ਗੁਜ਼ਰ ਦਾ ਮਤਲਬ ਟਾਈਮ ਪਾਸ ਕਰਦੇ ਸਨ। ਉਹ ਟਾਲਾ ਕਰਦੇ ਸਨ ਵੀ ਅਸੀਂ ਇਹਨਾਂ ਦੇ ਨਾਲ ਨਾ ਲੜੀਏ, ਇਹਨਾਂ ਦੇ ਦੇਸ਼ ਸਾਨੂੰ ਮੁੜ ਮੁੜ ਕੇ ਆਉਣਾ ਪੈਂਦਾ। ਜਿੱਥੇ ਸਿਰ ਲੁਕਾਉਣਾ ਪਵੇ, ਜਿੱਥੇ ਟਾਈਮ ਕੱਟਣਾ ਪਵੇ, ਉੱਥੇ ਵਿਗਾੜੀ ਦੀ ਨਹੀਂ ਹੁੰਦੀ। ਹਾਂਜੀ। ਕੂਟ ਲੋਟੋਏ ਜੋ ਕਰੈ, ਤੋ ਸਿੰਘ ਰਹਿ ਕਰ ਟਾਰ। ਉਹ ਇਲਾਕੇ ਦੇ ਜਿਹੜੇ ਲੋਕ ਸਨ, ਉਹ ਸਿੰਘਾਂ ਨੂੰ, ਆਏ ਹੋਏ ਸਿੰਘਾਂ ਨੂੰ ਲੁੱਟਣ ਲੱਗ ਪਏ। ਸਿੰਘ ਫੇਰ ਵੀ ਟਾਲਾ ਕਰਦੇ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਅਸੀਂ ਇਹਨਾਂ ਦੇ ਪਿੰਡਾਂ 'ਚ ਬੈਠੇ ਹਾਂ। ਕਿਸੇ ਪਿੰਡ ਵਿੱਚ 5, ਕਿਸੇ 'ਚ 10, ਕਿਸੇ 'ਚ 20 ਸਿੱਖ ਬੈਠਦੇ ਸਨ, ਤੇ ਉਹ ਪਿੰਡਾਂ ਵਾਲੇ ਵੀ ਉਹਨਾਂ ਨੂੰ ਲੁੱਟ ਲੈਂਦੇ ਸਨ। ਉਹ ਕਹਿੰਦੇ ਸੀ ਤੁਸੀਂ ਸਾਡੇ ਘਾਹ ਪੱਠਾ ਘੋੜਿਆਂ ਨੂੰ ਪਾਈ ਜਾਂਦੇ ਹੋ। ਅਸਲ ਗੱਲ ਸੀ ਵੀ ਸਾਰੀ ਸਮੱਸਿਆ ਸੀ ਕਿ ਬਹੁਤੇ ਦਿਨ ਕੋਈ ਵੀ ਕਿਸੇ ਪ੍ਰਾਹੁਣੇ ਨੂੰ ਰੱਖਿਆ ਨਹੀਂ ਕਰਦਾ। ਦਿੱਕਤ ਇਹ ਵੀ ਹੁੰਦੀ ਹੈ। ਤੇ ਉਹ ਉੱਧਰੋਂ ਆਉਂਦੇ ਸਨ ਟਾਈਮ ਕੱਟਣ ਲਈ, ਤੇ ਮਾਲਵੇ ਵਾਲੇ ਕਹਿੰਦੇ ਸਨ ਵੀ ਤੁਸੀਂ ਰੋਜ਼ ਹੀ ਆ ਜਾਂਦੇ ਹੋ। ਹਾਂਜੀ। ਚੌਪਈ ਜੋ ਸਿੰਘ ਦੇ ਉਨ ਪੜੀ ਸਲਾਹੇ। ਜੇ ਕੋਈ ਸਿੰਘ ਉਹਨਾਂ ਨੂੰ ਭਲੀ ਸਲਾਹ ਦਿੰਦਾ ਸੀ ਵੀ ਭਾਈ ਭਰਾਓ, ਭਰਾ ਬਣ ਕੇ ਰਵੋ, ਅਸੀਂ ਔਖਾ ਟਾਈਮ ਤੁਹਾਡੇ ਕੋਲ ਕੱਟਣ ਆਏ ਹਾਂ, ਤੁਸੀਂ ਵੀ ਗੁਰੂ ਘਰ ਨੂੰ ਮੰਨਣ ਵਾਲੇ ਹੋ, ਅਸੀਂ ਵੀ ਗੁਰੂ ਕੇ ਸਿੱਖ ਹਾਂ, ਤੇ ਔਖਾ ਸਮਾਂ ਆਪਣੇ ਤੇ ਆਇਆ, ਆਪਾਂ ਕੱਟ ਲਈਏ ਰਲ ਮਿਲ ਕੇ। ਕਰੇ ਮਸ਼ਕਰੀ ਉਲਟੇ ਰਾਹੇ। ਉਲਟੇ ਉਹ ਪਿੰਡਾਂ ਵਾਲੇ ਸਿੰਘਾਂ ਨੂੰ ਮਜ਼ਾਕ ਕਰਦੇ, ਟਿਚਰਾਂ ਕਰਦੇ ਸਨ। ਸਿੰਘ ਕਹਿ ਲਿਓ ਖੰਡੇ ਪਹੌਲ। ਖਾਲਸਾ ਕਹਿੰਦਾ ਸੀ ਕਿ ਤੁਸੀਂ ਵੀ ਖੰਡੇ ਦੀ ਪੌਲ ਛਕ ਲਓ, ਅੰਮ੍ਰਿਤ ਛਕੋ। ਬਰਾੜ ਕਹੇ ਐਹੋ ਲਿਓ ਅੰਦਰ ਹੌਲ। ਉਹ ਅੱਗੋਂ ਕਹਿੰਦੇ ਸੀ ਸਾਡੇ ਅੰਦਰ ਹੀ ਅੰਮ੍ਰਿਤ ਹੈ, ਅੰਦਰ ਸਾਡੇ ਅੰਮ੍ਰਿਤ ਹੈ, ਦਿਲ ਵਿੱਚ ਅੰਮ੍ਰਿਤ ਚਾਹੀਦਾ, ਮਨ ਵਿੱਚ। ਛਕਣ ਨਾਲ ਕੀ ਹੁੰਦਾ? ਉਹ ਇਦਾਂ ਦੀਆਂ ਹੁਜਤਾਂ ਕਰਦੇ ਸਨ। ਕਹੈ ਪੌਲ ਹਮ ਦਾਦੇ ਦਈ। ਬਰਾੜ ਕਹਿੰਦੇ ਸੀ ਸਾਡੇ ਦਾਦੇ ਨੇ ਗੁਰੂ ਗੋਬਿੰਦ ਸਿੰਘ ਕੋਲੋਂ ਅੰਮ੍ਰਿਤ ਛਕਿਆ ਸੀ। ਹਮ ਤੇ ਨਿਕਲ ਕਹਾਂ ਅਬ ਗਈ। ਉਹ ਕਿਹੜਾ ਸਾਡੇ ਚੋਂ ਨਿਕਲ ਗਈ ਹੈ, ਕਹਿੰਦੇ ਸਾਡੇ ਵਿੱਚ ਹੀ ਹੈ। ਜਿਹੜੀ ਸਾਡੇ ਦਾਦੇ ਨੇ ਪੌਲ ਛਕੀ ਸੀ, ਉਹ ਕਿੱਥੇ ਨਿਕਲ ਚੱਲੀ ਹੈ? ਸਾਡੇ ਵਿੱਚ ਹੀ ਹੈ, ਕਹਿੰਦੇ ਅੰਮ੍ਰਿਤ। ਤੋਰਾ ਸੁਣ ਕਰ ਸਿੰਘ ਤਬ ਚੁੱਪ ਕਰੈ, ਭਾਗ ਇਨਾ ਕੇ ਨਾਏ। ਸਿੰਘ ਵਿਚਾਰੇ ਕਹਿ ਸੁਣ ਕੇ ਚੁੱਪ ਕਰ ਜਾਂਦੇ ਸਨ। ਇਹ ਕਹਿ ਛੱਡਦੇ ਵੀ ਚਲੋ ਇਹਨਾਂ ਦੇ ਭਾਗਾਂ ਵਿੱਚ ਨਹੀਂ ਨਾ, ਨਹੀਂ ਅੰਮ੍ਰਿਤ ਛਕਣਾ ਖੰਡੇ ਦਾ। ਇਹ ਫਿਟਕਾਰੇ ਸਤਿਗੁਰੂ ਰਾਜ ਕਾਂ ਇਹ ਪਾਹੇ। ਇਹਨਾਂ ਨੂੰ ਗੁਰੂ ਸਾਹਿਬ ਦੀ ਫਿਟਕ ਵੱਜੀ ਹੈ। ਇਹਨਾਂ ਨੇ ਗੁਰੂ ਸਾਹਿਬ ਤੋਂ ਵੀ ਤਨਖਾਹਾਂ ਮੰਗ ਲਈਆਂ। ਇਹਨਾਂ ਨੇ ਭਾਲ ਕਿੱਥੇ ਰਾਜ ਕਰਨਾ ਹੈ। ਚੌਪਈ ਬਹੁਤੇ ਸਿੰਘ ਜੈ ਤੋ ਕੀ ਰਹਿ। ਉਸ ਵੇਲੇ ਜਿਹੜੇ ਸਿੰਘ ਸੂਰਮੇ ਖਾਲਸਾ ਪੰਥ ਆਇਆ ਹੋਇਆ ਸੀ, ਉਹ
ਕਿੱਥੇ ਕਿੱਥੇ ਰਹਿ ਰਹੇ ਸੀ ਮਾਲਵੇ ਦੇ ਵਿੱਚ, ਉਹ ਭਾਈ ਰਤਨ ਸਿੰਘ ਜੀ ਦੱਸ ਰਹੇ ਆ। ਜੈਤੋ ਕੀ ਬਹੁਤ ਸਾਰੇ ਸਿੰਘ ਜੈਤੋ ਰਹਿੰਦੇ ਸਨ। ਅਬਲੂ ਮਹਿਮੇ ਭਗਤੂ ਬਹਿ, ਅਬਲੂ ਮਹਿਮਾ ਭਗਤੂ ਭਗਤਾ ਭਾਈ ਕਾ, ਇਦਾਂ ਦੇ ਪਿੰਡਾਂ ਵਿੱਚ ਰਹਿੰਦੇ ਸਨ। ਬਿੱਜੂ ਕੌਡੀ ਦੇ ਦੋੜ ਮਤੀ ਮਾਹੇ, ਬਿੱਜੂ ਕਾਵਣੀ ਤੇ ਇਸੇ ਤਰ੍ਹਾਂ ਦੌੜ ਮਤੀ ਮਾਹੇ, ਹੋਰ ਦੌੜ ਮੱਤੀ ਆਦਿਕ ਪਿੰਡ ਵੱਡੇ ਹਨ ਮਾਲਵੇ ਦੇ, ਉੱਥੇ ਸਿੰਘ ਰਹਿੰਦੇ ਸਨ। ਔਰ ਸੋ ਲਾਭੈ ਲਾਂਬੈ ਚਾਂਬ ਰਹਾ ਹੈ, ਲਾਂਬੇ ਚਾਂਬੇ ਕੋਠਾ ਗੁਰੂ ਕਾ ਹੈ। ਇਸੇ ਤਰ੍ਹਾਂ ਦੀਨਾ ਕਾਂਗੜ ਹੈ, ਇਧਰ ਬਰਨਾਲੇ ਦਾ ਇਲਾਕਾ ਹੈ, ਪਰਾਂ ਬਾਜੇ ਖਾਨੇ ਦਾ ਇਲਾਕਾ ਹੈ, ਭਗਤਾ ਭਾਈ ਕਾ ਹੈ, ਰੂਪਾ ਭਾਈ ਕਾ ਰੂਪਾ। ਇਸੇ ਤਰ੍ਹਾਂ ਹੋਰ ਪਿੰਡਾਂ ਵਿੱਚ ਬਠਿੰਡੇ ਦੇ ਇਲਾਕੇ 'ਚ ਦੂਰ ਦੂਰ ਤੋਂ ਸਿੰਘ ਟਾਈਮ ਪਾਸ ਕਰਦੇ ਸਨ। ਚੜਕ ਚੁਬਾਰੇ ਗੋਲੀਏ ਤਾਕ, ਚੜਕ ਘੋਲੀਆ ਮੋਗੇ ਦੇ ਇਲਾਕੇ ਵਿੱਚ, ਇਹਨਾਂ ਪਿੰਡਾਂ 'ਚ ਸਿੰਘ ਟਾਈਮ ਪਾਸ ਕਰਦੇ ਸਨ। ਫਰੀਦਕੋਟ ਔਰ ਕਾਂਗੜ ਲਾਕ, ਫਰੀਦਕੋਟ ਤੋਂ ਲੈ ਕੇ ਕਾਂਗੜ ਦੀਨੇ ਕਾਂਗੜ ਤੱਕ ਆਪੋ ਆਪਣੇ ਔਰ ਟਿਕਾਣੇ, ਆਪੋ ਆਪਣੇ ਜਾਣ ਪਛਾਣ ਦੇ ਟਿਕਾਣੇ ਬਣਾਏ ਹੋਏ ਸਨ। ਕਿਤੇ ਕੋਈ ਮਾੜੀਆਂ ਮੋਟੀਆਂ ਰਿਸ਼ਤੇਦਾਰੀਆਂ ਸਨ, ਕਿਤੇ ਕੋਈ ਜਾਣ ਪਛਾਣ ਸੀ, ਕਿਤੇ ਕੋਈ ਗੁਰਸਿੱਖਾਂ ਦੇ ਪਿੰਡ ਵੀ ਸਨ ਜਿਹੜੇ ਗੁਰੂ ਘਰ ਨੂੰ ਚੰਗਾ ਸਮਝਣ ਵਾਲੇ, ਉਹਨਾਂ ਦੇ ਕੋਲ ਸਿੱਖ ਟਾਈਮ ਕੱਟਦੇ ਸਨ। ਰਹੀ ਮੁਲਹਾ ਜੋ ਨੈ ਪੁਰਾਣੇ, ਨਏ ਪੁਰਾਣੇ ਮੁਲਾਜ਼ੇ ਹੁੰਦੇ ਆ, ਜਾਣ ਪਛਾਣ ਹੁੰਦੀ ਹੈ। ਜਿੱਥੇ ਜਾਣ ਪਛਾਣ ਉੱਥੇ ਜਾ ਕੇ ਵਿਆਹ ਜਾਂਦਾ ਹੈ, ਤੇ ਉੱਥੇ ਜਾ ਕੇ ਸਿੰਘ ਵਿਚਾਰੇ ਆਪਣਾ ਟਾਈਮ ਪਾਸ ਦਰਗੁਜ਼ਰ ਕਰਦੇ ਸਨ। ਪਿੰਡ ਪਿੰਡ ਯੋ ਸਿੰਘ ਵਕਤ ਕਟਾਹੇ, ਇਹਦਾ ਮਾਲਵੇ ਦੇ ਪਿੰਡਾਂ ਵਿੱਚ ਮੋਗਾ, ਫਰੀਦਕੋਟ ਤੇ ਬਰਨਾਲਾ, ਇਸੇ ਤਰ੍ਹਾਂ ਬਠਿੰਡੇ ਤੱਕ ਸਿੰਘ ਟਾਈਮ ਕੱਟਣ ਲਈ ਵੱਖੋ ਵੱਖ ਪਿੰਡਾਂ 'ਚ ਆਪਣੇ ਮੂੰਹ ਮੁਲਾਜ਼ੇ ਬਣਾ ਕੇ ਬੈਠੇ ਸਨ। ਦੁੱਖ ਬਹੁ ਸਹਿ ਸੋ ਗੁਜਰ ਕਰਾਹੇ, ਦੁੱਖ ਬਹੁਤ ਸਹਿਣੇ ਪੈਂਦੇ ਸਨ। ਬੜੀ ਔਖੀ ਸੀ ਉਸ ਵੇਲੇ ਖਾਲਸੇ ਨੂੰ, ਕਿਉਂਕਿ ਬਾਰ ਪਰਾਇਆ ਬੈਸਣਾ ਸਾਈ ਮੁਝੈ ਨਾ ਦੇ, ਜੇ ਤੂੰ ਇਹ ਰੱਖਸੀ ਤਾਂ ਜੀਓ ਸਰੀਰੋਂ ਲੈ। ਕਹਿੰਦੇ ਕਿਸੇ ਦੇ ਬੂਹੇ ਤੇ ਬਹਿਣਾ ਬੜਾ ਔਖਾ ਹੁੰਦਾ ਹੈ, ਹਰ ਗੱਲ ਜਿਹੜੀ ਅਗਲੇ ਨੂੰ ਪੁੱਛ ਕੇ ਕਰਨੀ ਪੈਂਦੀ ਹੈ। ਤੋ ਸਿੰਘਾਂ ਨੂੰ ਭੁੱਖ ਤੇ ਦੁੱਖ ਸਹਿਣੇ ਪੈ ਰਹੇ ਸਨ। ਉਹ ਬਰਾੜ ਬੋ ਚਾਵੜ ਕਰੈ, ਔਰ ਜਿਹੜੇ ਬਰਾੜ ਗੁਰੂ ਘਰ ਨਾਲ ਨਹੀਂ ਸੀ ਜੁੜੇ ਹੋਏ, ਉਹ ਬੜੀਆਂ ਚਾਵੜਾਂ ਕਰਦੇ ਸੀ, ਸਿੰਘਾਂ ਨੂੰ ਬੜਾ ਤੰਗ ਕਰਦੇ ਸੀ। ਕਹਿ ਸਿੰਘ ਹਮ ਤੇ ਬੋ ਡਰੈ, ਉਹ ਇਹ ਗੱਲਾਂ ਕਰਦੇ ਸੀ, ਇਹ ਤਾਂ ਸਾਡੇ ਤੋਂ ਡਰਦੇ ਨੇ, ਅਸੀਂ ਇਹਨਾਂ ਨੂੰ, ਇਹ ਸਾਡੇ ਬੂਹੇ ਤੇ ਆ ਕੇ ਬੈਠੇ ਨੇ, ਇਹਦਾ ਟਾਈਮ ਪਾਸ ਕਰਦੇ ਨੇ, ਇਹਨਾਂ ਨੂੰ ਕੋਈ ਘਰ ਦਾ ਟਿਕਾਣਾ ਕੋਈ ਨਹੀਂ ਇਹਨਾਂ ਦਾ। ਇਦਾਂ ਦੀਆਂ ਟੀਚਰਾਂ ਸਿੰਘਾਂ ਨੂੰ ਕਰਦੇ ਸਨ। ਹਮੈ ਜਗ ਮੇ ਬੜੇ ਸਿਪਾਹੀ, ਅਸੀਂ ਤਾਂ ਜਨਮ ਦੇ ਸਿਪਾਹੀ ਆ, ਅਸੀਂ ਤਾਂ ਬਰਾੜਾਂ, ਸਾਡੇ ਤਾਂ ਵੱਡੇ ਵਡੇਰੇ ਰਾਜੇ ਮਹਾਰਾਜੇ ਹੋਏ ਹਨ। ਹਮ ਸਭ ਜਗ ਕੋ ਸੂਰਾ ਨਾਹੀ, ਸਾਡੇ ਵਰਗਾ ਕੋਈ ਸੂਰਮਾ ਨਹੀਂ ਹੈ ਜਗਤ ਵਿੱਚ, ਅਸੀਂ ਤਾਂ ਬੜੇ ਬਹਾਦਰ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਸਾਡੇ ਕੋਲ ਹੀ ਆਏ ਸਨ। ਇੱਕ ਪਲ ਮੇ ਲੈ ਸਿੰਘਨ ਮਾਰ, ਅਸੀਂ ਤਾਂ ਇਹਨਾਂ ਮਾਝੇ ਵਾਲੇ ਸਿੰਘਾਂ ਨੂੰ 1 ਮਿੰਟ 'ਚ ਹੀ ਮਾਰ ਲਵਾਂਗੇ। ਐਸੇ ਮੂਰਖ ਬਕੇ ਬਿਰਾੜ, ਇਹ ਤਾਂ ਉਹ ਜਿਹੜੇ ਬਰਾੜ ਸਨ, ਗੁਰੂ ਘਰ ਨੂੰ ਨਾ ਮੰਨਣ ਵਾਲੇ, ਉਹ ਸਿੰਘਾਂ ਨੂੰ ਟਿਚਰਬਾਜੀ ਮਿਹਣਾ ਤਾਨਾ ਦਿੰਦੇ ਰਹਿੰਦੇ ਸਨ। ਦੋਹਰਾ 5 ਬਾਰ ਭਾਜੜ ਕਰੀ, ਸਿੰਗਲ ਤੇ ਗਿਲ ਜਾ। ਖਾਲਸਾ ਸੰਗਤ ਜੀ 5 ਵਾਰੀ ਖਾਲਸੇ ਪੰਥ ਨੂੰ ਭਾਜੜਾਂ ਪਈਆਂ ਨੇ ਇਤਿਹਾਸ ਵਿੱਚ ਮੋਟੇ ਤੌਰ ਤੇ, ਜਦੋਂ ਸਿੱਖਾਂ ਨੂੰ ਮਾਲਵੇ 'ਚ ਜਾ ਕੇ ਰਹਿਣਾ ਪਿਆ ਹੈ। ਹਾਂਜੀ, ਕਦੇ ਬਰਸ ਕਦੇ 2 ਬਰਸ, ਸਿੰਘ ਬਸੇ ਮਾਲਵੇ ਆ। ਕਦੀ ਸਾਲ ਕਦੀ 2 ਸਾਲ ਬਾਅਦ ਸਿੱਖਾਂ ਨੂੰ ਇੱਥੇ ਆਉਣਾ ਪੈਂਦਾ ਸੀ ਮਾਲਵੇ ਦੇ ਵਿੱਚ ਦਰਗੁਜ਼ਰ ਕਰਨ ਵਾਸਤੇ, ਟਾਈਮ ਪਾਸ ਕਰਨ ਵਾਸਤੇ। ਉਹ ਮਾਝੇ ਵਿੱਚੋਂ ਦੁਆਬੇ 'ਚੋਂ ਨਿਕਲ ਕੇ ਤੇ ਇੱਥੇ ਆ ਜਾਂਦੇ ਸਨ। ਤੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਦੱਸੇ ਹਨ, ਮੋਗੇ ਤੇ ਫਰੀਦਕੋਟ ਦੇ ਇਲਾਕੇ ਤੇ ਬਠਿੰਡੇ ਤੱਕ ਦੇ ਇਲਾਕੇ, ਜੈਤੋ, ਮਾਨਸਾ, ਅੱਗੇ ਤੱਕ ਬੀਕਾਨੇਰ ਤੱਕ ਸਿੰਘ ਵਿਚਾਰੇ ਟਾਈਮ ਪਾਸ ਕਰਦੇ ਰਹੇ ਆ। ਸਮਾਂ ਇਹੋ ਜਿਹਾ ਆਉਂਦਾ ਰਿਹਾ ਹੈ। 5 ਵਾਰੀ ਤਾਂ ਮੁੱਖ ਤੌਰ ਤੇ ਕਹਿੰਦੇ ਭਾਈ ਰਤਨ ਸਿੰਘ ਜੀ ਕਹਿੰਦੇ 5 ਵਾਰੀ ਭਾਜੜ ਪਈ ਹੈ। 5 ਵਾਰੀ ਦਲਾਂ ਦੇ ਦਲ ਸਿੰਘਾਂ ਦੇ ਉੱਥੇ ਜਾ ਕੇ ਟਾਈਮ ਕੱਟਦੇ ਸਨ। ਚੌਪਈ 5 ਵਾਰ ਤੋਂ ਸਣ ਪਰਿਵਾਰ, 5 ਵਾਰ ਸਣੇ ਪਰਿਵਾਰਾਂ ਦੇ ਆਏ ਆ, ਸਣੇ ਟੱਬਰਾਂ ਦੇ, ਬੱਚਿਆਂ ਦੇ। ਕਿਉਂਕਿ ਪੰਜਾਬ ਦੇ ਵਿੱਚ ਇੰਨਾ ਸਖਤ ਮਾਝੇ ਲਾਹੌਰ ਦੇ ਵਿੱਚ ਆਰਡਰ ਹੁੰਦਾ ਸੀ ਕਿ ਕੇਸਾਂ ਵਾਲਾ ਭਾਵੇਂ 4 ਸਾਲ ਦਾ ਬੱਚਾ ਵੀ ਹੈ ਉਹ ਵੀ ਨਹੀਂ ਛੱਡਣਾ। ਕੇਸਣ ਵਾਲੇ ਜੋ ਨਰ ਹੋਈ, ਬਾਲ ਬਿਰਧ ਲੱਭ ਛੱਡੋ ਨਾ ਕੋਈ। ਬੀਬੀਆਂ ਤੱਕ ਮੁਸੀਬਤ ਪੈਂਦੀ ਸੀ, ਬੀਬੀਆਂ ਨੂੰ ਵੀ ਮਾਰ ਦਿਓ।
ਫਿਰ ਸਿੰਘ ਆਪਣੇ ਬਾਲ ਬੱਚੇ ਲੈ ਕੇ ਇੱਥੇ ਟਾਈਮ ਕੱਟਣ ਆਉਂਦੇ ਸਨ। ਬਾਜਰ ਕੱਟੀ ਬਿਰਾਨੇ ਬਾਰ, ਬਗਾਨੇ ਬੂਹੇ ਤੇ ਭਾਜੜਾਂ ਮੁਸੀਬਤਾਂ ਕੱਟਦੇ ਰਹੇ ਸਿੰਘ। ਜਿਮ ਜਿਮ ਸਿੰਘ ਉਨ ਲੈ ਉਨ ਤੇ ਟਲ ਜਾਹੇ, ਜਿਵੇਂ ਜਿਵੇਂ ਸਿੰਘ ਉਹਨਾਂ ਦੇ ਨਾਲ ਜਾ ਕੇ ਗੁਜ਼ਾਰਾ ਕਰਨਾ ਚਾਹੁੰਦੇ, ਉਹ ਤਿਉਂ-ਤਿਉਂ ਸਿੰਘਾਂ ਨੂੰ ਤੰਗ ਕਰਦੇ। ਪਰ ਹੁਣ ਉਹਨਾਂ ਨਾਲ ਲੜ ਕੇ ਤਾਂ ਹੋਰ ਕਿੱਥੇ ਜਾਣਾ ਸੀਗਾ। ਪੰਜਾਬ ਵਿੱਚ ਤਾਂ ਸਰਕਾਰ ਨਹੀਂ ਟਿਕਣ ਦਿੰਦੀ ਸੀ, ਮਾਝੇ ਦੁਆਬੇ ਵਿੱਚ, ਤੇ ਜੇ ਮਾਲਵੇ ਦੇ ਲੋਕਾਂ ਨਾਲ ਲੜ ਪੈਣ ਤੇ ਰਹਿਣ ਕਿੱਥੇ। ਇਸ ਕਰਕੇ ਸਿੰਘਾਂ ਨੂੰ ਦਰ ਗੁਜ਼ਰ ਕਰਨੀ ਪੈ ਰਹੀ ਸੀ। ਤਿਮ ਬਰਾੜ ਮੂੜ ਗਰਬਾਹੇ, ਤਿਉਂ-ਤਿਉਂ ਉਹ ਜਿਹੜੇ ਬਰਾੜ ਸਨ ਉਹ ਸਿੰਘਾਂ ਦੇ ਨਾਲ ਆਕੜ ਕੇ ਗੱਲ ਕਰਦੇ ਸਨ। ਸਿੰਘ ਲੱਖ ਤਿਸ ਵੜ ਜਾਹੇ ਦੇਸ, ਸਿੰਘ ਫਿਰ ਦੂਜੇ ਇਲਾਕੇ ਚਲੇ ਜਾਂਦੇ ਸਨ, ਇੱਕ ਪਿੰਡ ਛੱਡ ਕੇ ਦੂਜੇ ਪਿੰਡ, ਜਿੱਥੇ ਵੇਖਿਆ ਵੀ ਇੱਥੇ ਤਾਂ ਹੁਣ ਗੁਜ਼ਾਰਾ ਕੋਈ ਨਹੀਂ, ਰਹਿਣ ਨਹੀਂ ਦੇਣਾ ਇਹਨਾਂ ਨੇ ਸਾਨੂੰ, ਉਹ ਦੂਜੇ ਪਿੰਡ ਜਾ ਕੇ 5-7 ਦਿਨ ਕੱਟਦੇ ਸਨ। ਤੁਰਕ ਨਾ ਸਕੈ ਕਰਤ ਹੈ ਪਰਵੇਸ਼, ਸਿੰਘ ਇਸ ਕਰਕੇ ਮਾਲਵੇ 'ਚ ਰਹਿੰਦੇ ਸਨ ਜ਼ਿਆਦਾਤਰ, ਵੀ ਤੁਰਕਾਂ ਦਾ ਮਾਲਵੇ 'ਚ ਜ਼ੋਰ ਨਹੀਂ ਸੀ ਪੈਂਦਾ। ਉਹ ਬਹੁਤ ਪੁਰਾਣੇ ਸਮੇਂ ਤੋਂ ਹੀ ਜੇ ਦੇਖੀਏ ਇਤਿਹਾਸ ਪਿਛਲਾ, ਅਕਬਰ ਦੇ ਟਾਈਮ ਤੋਂ ਲੈ ਕੇ ਉਸ ਤੋਂ ਵੀ ਪਿਛਲਾ ਇਤਿਹਾਸ ਵੇਖੀਏ ਤਾਂ ਬਠਿੰਡਾ, ਬਰਨਾਲਾ, ਇਹ ਇਲਾਕੇ 'ਚ ਪਾਣੀ ਦੀ ਕਮੀ ਹੋਣ ਕਰਕੇ ਸਰਕਾਰੀ ਫੌਜ ਜਾਂਦੀ ਨਹੀਂ ਸੀ। ਜਦੋਂ ਵੀ ਸਰਕਾਰੀ ਫੌਜ ਉੱਥੇ ਜਾਂਦੀ ਸੀ ਉਹਨਾਂ ਨੂੰ ਪਾਣੀ ਤੋਂ ਤੰਗ ਆ ਕੇ ਭੱਜਣਾ ਪੈਂਦਾ ਸੀ। ਮੁਕਤਸਰ ਸਾਹਿਬ ਦੇ ਜੰਗ ਵਿੱਚ ਜਿੱਥੇ 40 ਮੁਕਤੇ ਸ਼ਹੀਦ ਹੋਏ ਨੇ, ਉੱਥੇ ਵੀ ਸੂਬੇ ਸਰਹੰਦ ਦਾ ਭੱਜਣ ਦਾ ਕਾਰਨ ਪਿਆਸ ਸੀਗੀ। ਜੇ ਕਿਤੇ ਉਹਨੂੰ ਪਿਆਸ ਤੰਗ ਨਾ ਕਰਦੀ, 40 ਸਿੰਘਾਂ ਨੂੰ ਮਾਰਨ ਤੋਂ ਬਾਅਦ ਉਹਨੇ ਅੱਗੇ ਵਧਣਾ ਸੀ। ਕਪੂਰੇ ਨੂੰ ਪੁੱਛਿਆ ਉਹਨੇ, ਕਪੂਰਿਆ ਪਾਣੀ ਕਿੱਥੇ ਮਿਲੇਗਾ? ਕਪੂਰਾ ਕਹਿਣ ਲੱਗਾ ਜੀ ਪਾਣੀ 8 ਕੋ ਪਿੱਛੇ ਚੱਲਣਾ ਪਏਗਾ ਤੇ 12 ਕੋ ਅੱਗੇ ਜਾਣਾ ਪਏਗਾ। ਅੱਗੇ ਜਾਓਗੇ 12 ਕੋ ਤੇ ਪਾਣੀ ਹੈ, ਪਰ ਅੱਗੇ ਗੁਰੂ ਗੋਬਿੰਦ ਸਿੰਘ ਨੇ ਉਸ ਪਾਣੀ ਤੇ ਕਬਜ਼ਾ ਕੀਤਾ ਹੋਇਆ ਤੇ ਸਿੱਖਾਂ ਦੀ ਬੜੀ ਭਾਰੀ ਫੌਜ ਉੱਥੇ ਇਕੱਠੀ ਹੋ ਗਈ ਹੈ। ਜੇ ਤੂੰ ਉੱਥੇ ਜਾਏਗਾ ਤੇ ਪਹਿਲਾਂ ਤਾਂ ਗੁਰੂ ਪਾਣੀ ਪਿਆਏਗਾ, ਫਿਰ ਦੇਖੇਗਾ ਜੋ ਹੋਏਗਾ। ਪਿੱਛੇ ਚੱਲੀਏ, ਤਾਂ ਪਿੱਛੇ ਭੱਜ ਆਇਆ ਸੀ। ਸੋ ਸਾਧ ਸੰਗਤ ਜੀ, ਇਸੇ ਤਰ੍ਹਾਂ ਹੀ ਹੋਰ ਕਈ ਲੜਾਈਆਂ ਵਿੱਚ ਤੁਰਕਾਂ ਦੀ ਫੌਜ ਉੱਥੋਂ ਭੱਜਦੀ ਰਹੀ, ਕਾਰਨ ਪਾਣੀ ਦਾ। ਅਬਦਾਲੀ ਵੀ ਵਾਪਸ ਮੁੜਿਆ, ਤੁਸੀਂ ਕੱਲ ਸੁਣੀ ਕਥਾ। ਅਬਦਾਲੀ ਕਿਉਂ ਮੁੜਿਆ? ਪਾਣੀ ਤੋਂ ਤੰਗ ਆ। ਜਿੱਥੇ ਪਾਣੀ ਨਹੀਂ ਮਿਲਦਾ ਉੱਥੇ ਫੌਜ ਤੇ ਘੋੜੇ ਲੜ ਨਹੀਂ ਸਕਦੇ। ਸੋ ਇਸ ਕਰਕੇ ਮਾਲਵੇ 'ਚ ਸਿੰਘ ਰਹਿੰਦੇ ਸੀ ਕਿ ਜੇ ਤੁਰਕਾਂ ਦੀ ਫੌਜ ਆ ਵੀ ਗਈ, ਪਹਿਲੀ ਗੱਲ ਤੇ ਆਉਂਦੇ ਨਹੀਂ, ਤੇ ਜੇ ਆ ਵੀ ਗਈ ਤੇ ਦੰਦ ਖੱਟੇ ਕਰਕੇ ਤੋਰਾਂਗੇ। ਹਾਂਜੀ, ਸਿੰਗਲ ਵੱਲ ਤੇ ਆਕੀ ਰਹਿ। ਸੋ ਇਸ ਕਰਕੇ ਸਰਕਾਰ ਜਿਹੜੀ ਆ ਉਸ ਪਾਸੇ ਗਏ ਹੋਏ ਸਿੰਘਾਂ ਦਾ ਪਿੱਛਾ ਵੀ ਨਹੀਂ ਸੀ ਕਰਦੀ, ਵੀ ਚਲੋ ਇਹ ਹੁਣ ਨਿਕਲ ਗਏ ਸਾਡੇ ਇਲਾਕੇ 'ਚੋਂ, ਲਾਹੌਰ ਦੇ ਇਲਾਕੇ 'ਚੋਂ ਨਿਕਲ ਗਏ, ਉੱਥੇ ਰਹਿੰਦੇ ਆ, ਕੋਈ ਨਹੀਂ, ਜਦੋਂ ਇੱਧਰ ਆਉਣਗੇ ਫਿਰ ਦੇਖ ਲਾਂਗੇ। ਇਸ ਤਰ੍ਹਾਂ ਦੀ ਕੋਈ ਪੋਜੀਸ਼ਨ ਜਿਹੜੀ ਸੀ, ਇਸ ਪਰਿਸਥਿਤੀ ਸੀ, ਉਹ ਬਣੀ ਰਹਿੰਦੀ ਸੀ। ਹਾਂਜੀ, ਆਗੇ ਪਰਤ ਟਗੇ ਥੇ ਵਹਿ। ਤੋ ਜਦੋਂ ਸਾਧ ਸੰਗਤ ਜੀ ਹੁਣ ਸਿੰਘ ਮਾਲਵੇ ਜਾ ਕੇ ਰਹਿਣ ਲੱਗ ਪਏ ਨਾ, ਬਰਾੜਾ ਨੇ ਸਰਕਾਰ ਦਾ ਟੈਕਸ ਦੇਣਾ ਬੰਦ ਕਰ ਦਿੱਤਾ। ਪਹਿਲਾਂ ਤਾਂ ਮਾੜਾ ਮੋਟਾ ਟੈਕਸ ਦੇ ਛੱਡਦੇ ਸੀ, ਕਦੀ ਕਦਾਈ ਵੀ ਥੋੜਾ ਬਾੜਾ ਕਹਿ ਛੱਡਦੇ ਸੀ ਜੀ ਸਾਡੇ ਹੁੰਦੀ ਕੋਈ ਨਹੀਂ, ਫਸਲ ਨਹੀਂ ਹੁੰਦੀ, ਬਾਜਰਾ ਹੁੰਦਾ, ਮੋਠ ਹੁੰਦੇ ਨੇ, ਅਸੀਂ ਕੀ ਦਈਏ। ਕਦੀ ਸਾਲ 2 ਸਾਲ ਪਿੱਛੋਂ ਜੇ ਥੋੜੇ ਬਾਲੇ ਤਾਰਦੇ ਸੀ ਪੈਸੇ, ਉਹ ਵੀ ਹੁਣ ਇਹਨਾਂ ਨੇ ਦੇਣੇ ਬੰਦ ਕਰ ਦਿੱਤੇ। ਕੱਲੂ ਕਾਰੇ ਕੇ ਪਿੱਛੇ ਪੈ। ਕੱਲੂ ਘਾਰਾ ਜਿਹੜਾ 1762 ਦੇ ਵਿੱਚ ਹੋਇਆ, 5 ਫਰਵਰੀ ਨੂੰ ਵੱਡਾ ਕੱਲੂ ਘਾਰਾ, ਉਸ ਤੋਂ ਬਾਅਦ ਵੈਬੀ ਸਿੰਘਨ ਮਾਰਨ ਡਹਿ। ਅੱਗੇ ਤਾਂ ਉਹ ਸਿੰਘਾਂ ਦੇ ਨਾਲ ਇਸ ਕਰਕੇ ਪ੍ਰੇਮ ਰੱਖਦੇ ਸੀਗੇ ਵੀ ਸਿੱਖਾਂ ਦੇ ਆਉਣ ਕਰਕੇ ਉਹਨਾਂ ਦਾ ਟੈਕਸ ਬਚ ਜਾਂਦਾ ਸੀਗਾ। ਜੇ ਸਰਕਾਰ ਆਉਂਦੀ ਸੀ ਪੁੱਛਣ ਵੀ ਤੁਸੀਂ ਟੈਕਸ ਨਹੀਂ ਦਿੱਤਾ, ਉਹ ਕਹਿ ਦਿੰਦੇ ਸੀ ਸਾਨੂੰ ਸਿੱਖ ਲੁੱਟ ਕੇ ਲੈ ਗਏ, ਅਸੀਂ ਕਿੱਥੋਂ ਦਈਏ। ਸਰਕਾਰ ਨੂੰ ਇਹ ਜਵਾਬ ਦੇ ਦਿੰਦੇ ਸੀ। ਸਰਕਾਰ ਹੁਣ ਕੀ ਕਰਦੀ? ਹੁਣ ਕੀ ਹੋਇਆ ਕਿ ਐਤਕੀ ਉਹਨਾਂ ਦੀ ਨੀਤ ਬਦਲ ਗਈ, ਉਹ ਸਿੱਖਾਂ ਨੂੰ ਹੀ ਮਾਰਨ ਡੈ ਪਏ। ਕਹਿ ਬਰਾੜ ਹਮ ਆਪੇ ਸੂਰੇ। ਹੁਣ ਬਰਾੜੇ ਕਹਿਣ ਲੱਗ ਪਏ ਆਪਾਂ ਨੂੰ ਇਹਨਾਂ ਸਿੱਖਾਂ ਦੀ ਕੋਈ ਲੋੜ ਨਹੀਂ, ਆਪਾਂ ਆਪ ਹੀ ਬੜੇ ਬਹਾਦਰ ਸੂਰਮੇ ਹਾਂ। ਹਮ ਸੋ ਲੜ ਕਬ ਹੋਏ ਸਿੰਘ ਪੂਰੇ। ਇਹ ਸਾਡੇ ਨਾਲ ਕਿੱਥੇ ਲੜ ਲੈਣਗੇ ਸਿੰਘ। ਦੇਸ ਹਮਾਰੇ ਤੁਮ ਸੁਖ ਪਾਇਓ। ਨਾਲੇ ਸਿੰਘਾਂ ਨੂੰ ਰੋਜ਼ ਸੁਣਾਉਂਦੇ ਰਹਿੰਦੇ ਸੀ, ਉਹ ਸਿੱਖੋ ਸਾਡੇ ਇਲਾਕੇ ਜਾ ਕੇ ਤੁਸੀਂ ਸੁੱਖ ਪਾ ਰਹੇ ਹੋ, ਆਰਾਮ ਕਰ ਰਹੇ ਹੋ, ਤੁਹਾਨੂੰ ਘਰ ਕੋਈ ਰਹਿਣ ਨਹੀਂ ਦਿੰਦਾ ਤੇ ਸਾਡੇ ਕੋਲ ਆ ਕੇ ਦਿਨ ਕੱਟੀ ਕਰਦੇ ਹੋ। ਦੇ ਮੁੰਡ ਕੋ ਤੁਮ ਇਹਾਂ ਰਹਾਇਓ। ਦੇ ਮੁੰਡ ਕੋ ਤੁਮ ਇਹਾਂ ਰਹਾਇਓ।
ਇੱਥੇ ਸਿਰ ਦੇ ਕੇ ਤੁਸੀਂ ਸਿਰ ਦੇ ਉੱਤੇ ਆਸਰਾ ਲੈ ਕੇ ਆਏ ਹੋ, ਸਿਰ ਢੱਕਣ ਵਾਸਤੇ ਆਏ ਹੋ। ਤੁਹਾਡਾ ਇੱਥੇ ਸਿਰ ਢੱਕਿਆ ਜਾਂਦਾ, ਤੁਹਾਨੂੰ ਸਹਾਰਾ ਮਿਲਦਾ, ਰੋਟੀ ਮਿਲ ਜਾਂਦੀ ਹੈ, ਤੁਹਾਡੇ ਬੱਚਿਆਂ ਨੂੰ ਇੱਥੇ ਸਿਰ ਢੱਕਣ ਨੂੰ ਥਾਂ ਮਿਲ ਜਾਂਦੀ ਹੈ। ਰਲ ਬਰਾੜ ਨਿਮ ਕਰ ਕਹਿਓ। ਇਸ ਤਰ੍ਹਾਂ ਪਿੰਡਾਂ ਦੇ ਬਰਾੜ ਜਿਹੜੇ ਹਨ ਹੌਲੇ ਹੌਲੇ ਸਿੱਖਾਂ ਦੇ ਵੈਰੀ ਬਣਦੇ ਗਏ ਤੇ ਕਹਿਣ ਲੱਗੇ, ਸਦ ਤੁਰਕਨ ਤੁਮ ਇਆਂ ਮਰਵਿਓ। ਜੇ ਤੁਸੀਂ ਸਿੱਖੋ ਸਾਡੇ ਨਾਲ ਉੱਚੇ ਨੀਵੇਂ ਬੋਲੋਗੇ, ਅਸੀਂ ਅਬਦਾਲੀ ਨੂੰ ਸੱਦ ਕੇ ਤੁਹਾਨੂੰ ਇੱਥੇ ਵੀ ਮਰਵਾ ਦੇਾਂਗੇ। ਦੋਹਰਾ ਗੰਡਾ ਸਿੰਘ ਇੱਕ ਸਿੰਘ ਥੋ ਟੰਡਕਲੇ ਕਸੇਲਨ ਵਾਲ। ਇੱਕ ਢੰਡ ਕਸੇਲਾਂ ਦਾ ਰਹਿਣ ਵਾਲਾ ਗੰਡਾ ਸਿੰਘ ਸੀ ਕੋਈ ਸਿੰਘ, ਉਹ ਖਾਲਸੇ ਦੇ ਨਾਲ ਵੱਡੇ ਘੱਲੂ ਘਾਰੇ ਦੇ ਵਿੱਚ ਲੜ ਕੇ ਉਹ ਇੱਥੇ ਮਾਲਵੇ 'ਚ ਆਇਆ ਹੋਇਆ ਸੀ। ਤਿਸ ਕੀ ਨਾਲ ਲੁਕੋ ਰਹੀ ਕਹਿ ਲਈ ਮਜੈਲਨ ਨਾਲ। ਉਹਦੀ ਸਿੰਘਣੀ ਨੂੰ ਸਾਧ ਸੰਗਤ ਜੀ ਇੱਥੋਂ ਦੇ ਲੋਕਾਂ ਨੇ ਲੁਕੋ ਲਿਆ, ਕਿਤੇ ਗੁਪਤ ਕਰ ਦਿੱਤਾ, ਛੁਪੋ ਲਿਆ। ਤੇ ਉਹ ਵਿਚਾਰਾ ਪੁੱਛਦਾ ਫਿਰੇ ਤੇ ਉਹਨੂੰ ਟਾਲਦੇ ਕਰਨ, ਸਾਨੂੰ ਤੇ ਪਤਾ ਹੀ ਕੋਈ ਨਹੀਂ, ਤੁਹਾਡੇ ਹੀ ਮਝੈਲਾਂ ਨੂੰ ਪਤਾ ਹੋਣਾ, ਉਧਰ ਵਾਲਿਆਂ ਨੂੰ ਪਤਾ ਹੋਣਾ, ਏਦਾਂ ਕਹਿ ਛੱਡਦੇ ਆ। ਚੌਪਈ ਤੋ ਖਾਲਸੇ ਨੇ ਦੀਵਾਨ ਲਗਾਇਓ। ਜਦੋਂ ਇਹ ਗੱਲ ਹੋ ਗਈ ਤਾਂ ਫਿਰ ਸਿੱਖਾਂ ਨੇ, ਖਾਲਸੇ ਨੇ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸੂਕਰ ਚੱਕੀਆ, ਸਾਰੇ ਜਰਨੈਲ ਇਕੱਠੇ ਹੋ ਕੇ ਦੀਵਾਨ ਸਜਾਇਆ ਸਿੰਘਾਂ ਨੇ। ਤਲੇ ਬਣੇ ਨੈਯੋਂ ਠਹਿਰਾਇਓ। ਕਹਿਣ ਲੱਗੇ ਹੁਣ ਕਿੰਨਾ ਘਟਾਲਾ ਕਰਾਂਗੇ, ਕਿੱਥੇ ਕੁ ਜੀਆਂਗੇ, ਇਸ ਤੋਂ ਬਾਅਦ ਤਾਂ ਹੁਣ ਕੋਈ ਗੱਲ ਹੋ ਨਹੀਂ ਸਕਦੀ, ਤੋ ਇਹ ਆਪਾਂ ਜੇ ਟਲ ਕੇ ਰਹੇ ਤਾਂ ਆਪਾਂ ਨੂੰ ਜੀਣ ਨਹੀਂ ਦੇਣਗੇ। ਪੈ ਬਰਾੜ ਅਬ ਬੇਈਮਾਨ। ਹੁਣ ਇਹ ਬਰਾੜ ਸਾਡੇ ਵੈਰੀ ਬਣ ਗਏ ਆ। ਅੱਗੇ ਤਾਂ ਅਸੀਂ ਇਹਨਾਂ ਨੂੰ ਆਪਣਾ ਭਰਾ ਸਮਝ ਕੇ ਇਹਨਾਂ ਕੋਲ ਆਉਂਦੇ ਸੀ, ਇਹ ਸਾਡੀ ਮਦਦ ਕਰਦੇ ਸੀ, ਪਰ ਐਤਕੀ ਇਹ ਸਾਡੀ ਜਾਨ ਦੇ ਵੈਰੀ ਬਣ ਗਏ, ਬੇਈਮਾਨ ਹੋ ਗਏ। ਲਾਗੇ ਖਾਲਸੇ ਦੇਖਣ ਤਾਣ। ਹੁਣ ਇਹ ਖਾਲਸੇ ਦੀ ਤਾਕਤ ਅਜਮਾਨ ਲੱਗੇ ਆ, ਸਿੰਘਾਂ ਦਾ ਤਾਣ ਦੇਖਣਾ ਚਾਹੁੰਦੇ ਆ। ਹੁਣ ਤੇ ਲੈ ਕਬੀਲੇ ਕੱਢ। ਹੁਣ ਤੇ ਇਹਨਾਂ ਨੇ ਸਾਡੇ ਕਬੀਲੇ ਵੀ ਕੱਢਣੇ ਸ਼ੁਰੂ ਕਰ ਦਿੱਤੇ ਆ। ਓ ਦੇਸ਼ ਮੈਂ ਦੀਨੋਂ ਛੱਡ। ਔਰ ਇਸ ਤਰ੍ਹਾਂ ਹੁਣ ਸਾਡਾ ਕੰਮ ਖਰਾਬ ਹੈ। ਇਹ ਸੋਚ ਕੇ ਬਾਬਾ ਜੱਸਾ ਸਿੰਘ ਜੀ ਨੇ ਕਿਹਾ, ਸਿੰਘੋ ਇੱਥੋਂ ਆਪਣੀਆਂ ਬੀਬੀਆਂ ਬੱਚਿਆਂ ਨੂੰ ਲੈ ਚੱਲੋ ਹੁਣ, ਕਿਉਂਕਿ ਇੱਥੇ ਲੜਾਈ ਹੋਣ ਦਾ ਖਤਰਾ ਹੈ। ਆਪਾਂ ਇਹਨਾਂ ਦੇ ਨਾਲ ਲੜ ਵੀ ਨਹੀਂ ਸਕਦੇ, ਕਿਉਂ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਧਰਤੀ ਨੂੰ ਆ ਕੇ ਵਰ ਦਿੱਤਾ, ਬਖਸ਼ਿਸ਼ ਕੀਤੀ ਸੀ। ਤੇ ਮੁੜ ਕੇ ਫੇਰ ਕਦੀ ਕਹਿੰਦੇ ਸੱਜਣ ਛੱਡੀਏ ਰੰਗ ਸਿਓ, ਫੇਰ ਵੀ ਆਵਣ ਕੰਮ, ਕਹਿੰਦੇ ਫੇਰ ਵੀ ਕਦੀ ਸੱਜਣ ਕੰਮ ਆ ਜਾਂਦੇ ਹੁੰਦੇ ਆ। ਟਾਈਮ ਲੰਘ ਜਾਂਦਾ ਹੁੰਦਾ, ਬੰਦੇ ਦਾ ਦਿਮਾਗ ਕਈ ਵਾਰੀ ਪੁੱਠਾ ਹੁੰਦਾ, ਕਈ ਵਾਰੀ ਸਿੱਧਾ ਹੁੰਦਾ। ਤੇ ਆਪਾਂ ਇੱਥੋਂ ਆਪਣੇ ਟੱਬਰ ਲੈ ਚੱਲੀਏ, ਇੱਥੇ ਬੀਬੀਆਂ ਭੈਣਾਂ ਦਾ ਰਹਿਣਾ ਮੁਸ਼ਕਲ ਹੈ। ਇਹ ਸੋਚ ਕੇ ਸਿੰਘ ਉੱਥੋਂ ਆਪਣੇ ਪਰਿਵਾਰ ਹੋਰ ਇਲਾਕਿਆਂ 'ਚ ਛੱਡ ਆਏ। ਗੁਰੂ ਕੋਠੇ ਮੇਥੇ ਸੋ ਰਹਿ। ਗੁਰੂ ਦਾ ਕੋਠਾ ਇਹ ਸਾਧ ਸੰਗਤ ਜੀ ਰੂਪੇ ਭਾਈ ਦੇ ਇਲਾਕੇ 'ਚ, ਬਾਜਾਖਾਨਾ ਉਸ ਇਲਾਕੇ 'ਚ ਭਗਤੇ ਭਾਈ ਦੇ ਲਾਗੇ ਪਿੰਡ ਹੈ। ਬਾਬਾ ਪਿਰਥੀ ਚੰਦ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ, ਜਿਸ ਵੇਲੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਨਾਰਾਜ਼ ਹੋ ਕੇ ਇੱਥੇ ਆ ਪਹਿਲਾਂ ਦਿੱਲੀ ਗਏ, ਤੇ ਦਿੱਲੀ ਤੋਂ ਬਾਦਸ਼ਾਹ ਨੇ ਉਸ ਨੂੰ ਪਿਰਥੀ ਚੰਦ ਨੂੰ ਇੱਕ ਪਿੰਡ ਜਗੀਰ ਦਿੱਤਾ ਸੀ, ਜਿਹੜਾ ਪਿੰਡ ਬਾਬੇ ਪਿਰਥੀ ਚੰਦ ਨੇ ਆ ਕੇ ਵਸਾਇਆ, ਉਹਦਾ ਨਾਮ ਕੋਠਾ ਗੁਰੂ ਕਾ ਰੱਖਿਆ। ਉਸ ਪਿੰਡ ਦੇ ਵਿੱਚ ਖਾਲਸੇ ਦਾ ਦਲ ਉੱਥੇ ਬੈਠਾ ਸੀ। ਹੋਰ ਜਗ੍ਹਾ ਉਹਨ ਬਹਿਣ ਨਾ ਦੇ। ਹੋਰ ਕਿਸੇ ਥਾਂ ਤੇ ਸਿੱਖਾਂ ਨੂੰ ਬਹਿਣ ਨਹੀਂ ਦਿੰਦੇ। ਉਸ ਪਿੰਡ ਵਿੱਚ ਥੋੜੀ ਜਿਹੀ ਲਿਹਾਜ਼ਦਾਰੀ ਹੁੰਦੀ ਹੈ। ਨਿਕਲ ਬਰਾੜ ਗਿੱਲਣ ਲੈ ਵਾਰ। ਸੋ ਸਾਧ ਸੰਗਤ ਜੀ ਫਿਰ ਬਰਾੜਾ ਨੇ ਜਥੇਬੰਦੀ ਬਣਾ ਲਈ, ਇੱਕ ਟੋਲਾ ਬਣਾ ਲਿਆ, ਜਥਾ ਬਣਾ ਲਿਆ ਵੀ ਅਸੀਂ ਇਹਨਾਂ ਨੂੰ ਸਿੱਖਾਂ ਨੂੰ ਮਾਰ ਦਈਏ, ਭਜਾ ਦਈਏ। ਉਸ ਦਿਨ ਤੇ ਪੈ ਗਿਲ ਸੁਖਕਾਰ। ਸੋ ਸਾਧ ਸੰਗਤ ਜੀ ਉਸ ਦਿਨ ਤੋਂ ਬਰਾੜ ਤੇ ਗਿੱਲ ਸਾਰੇ ਇਕੱਠੇ ਹੋ ਕੇ ਬਿੱਜੂ ਕੀਰਤਨ ਟਮਕ ਬਜਾਇਆ। ਬਿੱਜੂ ਕੀ ਥਾਂ ਇੱਕ ਪਿੰਡ ਹੈ, ਉੱਥੇ ਇਹਨਾਂ ਨੇ ਢੋਲ ਵਜਾ ਦਿੱਤਾ, ਲੜਾਈ ਦਾ ਟਮਕ ਵਜਾ ਦਿੱਤਾ। ਬਰਾੜ ਨੇ ਇੱਕ ਥਾਂ ਜਥਾ ਬਣਾਇਆ। ਇੱਕ ਜਥਾ ਬਣਾ ਲਿਆ ਬੜਾ ਵੱਡਾ। ਦਿਵਸ ਰਾਤ ਪੜ ਸਿੱਖ ਆਕਾਹੇ। ਉਹਦੇ ਵਿੱਚ ਕਈ ਹਜ਼ਾਰ ਬਰਾੜ ਇਕੱਠੇ ਹੋ ਗਏ। ਉਹਨਾਂ ਨੇ ਸਲਾਹ ਕਰ ਲਈ ਵੀ ਆਪਾਂ ਇਹਨਾਂ ਨੂੰ ਭਜਾ ਦਈਏ, ਇਹ ਅਬਦਾਲੀ ਤੋਂ ਮਾਰ ਖਾ ਕੇ ਸਾਡੇ ਕੋਲ ਆ ਜਾਂਦੇ ਆ, ਸਾਡੇ ਇੱਥੇ ਮਾਲ ਡੰਗਰ ਕੋਲ ਘਾਹ ਪੱਠਾ ਥੋੜਾ ਹੁੰਦਾ ਹੈ, ਇਹ ਖਾ ਜਾਂਦੇ। ਉਹਨਾਂ ਨੇ ਸਿੱਖਾਂ ਦੇ ਨਾਲ ਲੜਾਈ ਕਰਨ ਦੇ ਲਈ ਤਿਆਰੀ ਕਰ ਲਈ, ਤੇ ਢੋਲ ਵਜਾ ਕੇ ਕਦੀ ਰਾਤ ਨੂੰ, ਕਦੀ ਦੁਪਹਿਰ ਨੂੰ, ਕਦੀ ਸ਼ਾਮ ਨੂੰ ਸਿੱਖਾਂ ਦੇ ਉੱਤੇ ਹੱਲੇ ਕਰਨੇ ਸ਼ੁਰੂ ਕਰ ਦਿੱਤੇ, ਸਿੰਘਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜੋ ਲੱਭੇ ਲੁੱਟ ਮਾਰ ਤਿਸ ਜਾਹੇ। ਜੇ ਕੋਈ ਸਿੰਘਾਂ ਦਾ ਸਮਾਨ, ਮਾਲ ਮੱਤਾ, ਘੋੜਾ, ਮਾਲ ਡੰਗਰ,
ਕੁਝ ਵੀ ਲੱਭਦਾ ਤੇ ਲੁੱਟ ਕੇ ਲੈਣ ਜਾਣ ਲੱਗੇ। ਹਿਮ ਪਇਓ ਸਿੰਘਨ ਬਰਾਨ ਬਖੇੜਾ। ਹੌਲੇ ਹੌਲੇ ਇਹ ਗੱਲ ਦੁਸ਼ਮਣੀ ਦੀ ਨੌਬਤ ਤੱਕ ਪਹੁੰਚ ਗਈ। ਇੱਥੋਂ ਤੱਕ ਹੋ ਗਿਆ ਵੀ ਦੋ ਧੜੇ ਬਣ ਗਏ, ਇੱਕ ਬਰਾੜਾਂ ਦਾ ਇੱਕ ਸਿੱਖਾਂ ਦਾ। ਆਪਸ ਵਿੱਚ ਹੁਣ ਲੜਾਈ ਹੋਣ ਲੱਗੀ। ਕਰੈ ਸਿੰਘਨ ਸਿਉ ਨਿਤ ਵੈ ਭੇੜਾ। ਰੋਜ਼ ਹੁਣ ਮਾਲਵੇ ਦੇ ਵਿੱਚ ਕਦੀ ਕਿਤੇ ਲੜਾਈਆਂ ਹੋਣ ਲੱਗੀਆਂ। ਸਿੰਘ ਉਤੇ ਤੇ ਥਾਂ ਥੋੜੀ। ਉੱਥੇ ਮਾਲਵੇ 'ਚ ਸਿੰਘ ਥੋੜੇ ਸਨ, ਉਹਨਾਂ ਦੀ ਗਿਣਤੀ ਘੱਟ ਸੀ, ਬਰਾੜਾਂ ਦੀ ਜ਼ਿਆਦਾ ਹੋ ਗਈ, ਕਿਉਂਕਿ ਪਿੰਡਾਂ ਦੇ ਪਿੰਡ ਉਹਨਾਂ ਨਾਲ ਰਲਦੇ ਗਏ। ਸਿੰਘਨ ਕਿਮ ਰਖੇ ਰਾਤ ਘੋੜੇ। ਸਿੰਘ ਕਿਤੇ ਰਾਤ ਕਿਤੇ ਦਿਨ ਘੋੜਿਆਂ ਦੇ ਟਾਈਮ ਕੱਟਣ ਲੱਗੇ। ਬਰਾਤ ਹੋਤ ਸਿੰਘ ਰਲੇ ਔਰ ਆਏ। ਰਾਤ ਤਾਂ ਸਾਧ ਸੰਗਤ ਜੀ ਸਿੰਘ ਥੋੜੇ ਸਨ, ਸਵੇਰੇ ਹੋਰ ਸਿੰਘਾਂ ਦਾ ਦਲ ਆ ਗਿਆ। ਤਬਲੀ ਨੋ ਕਿਛ ਠਾਠ ਬਣਾਏ। ਹੁਣ ਫਿਰ ਸਿੰਘਾਂ ਨੇ ਠਾਠ ਬਣਾ ਲਿਆ ਵੀ ਇਦਾਂ ਤਾਂ ਨਹੀਂ ਹੁੰਦਾ, ਆਪਾਂ ਨੂੰ ਲੜ ਕੇ ਆਪਣਾ ਬਚਾਅ ਕਰਨਾ ਪੈਣਾ। ਇਹ ਤਾਂ ਜਥਾ ਬਣਾਈ ਬੈਠੇ। ਪਹਿਲਾਂ ਤਾਂ ਪਿੰਡਾਂ ਵਿੱਚ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਸੀ, ਕਿਸੇ ਪਿੰਡ ਵਿੱਚ ਘਾਹ ਪੱਠੇ ਤੋਂ ਲੜ ਪਏ, ਕਿਸੇ ਪਿੰਡ ਹੋਰ ਕੋਈ ਮਾੜੀ ਮੋਟੀ ਗੱਲ ਤੂੰ ਮੈਂ ਤੂੰ ਹੋ ਜਾਂਦੀ ਸੀ। ਪਰ ਹੁਣ ਤਾਂ ਮਾਰੋ ਮਰਾਈ ਤੇ ਗੱਲ ਆ ਗਈ ਹੈ। ਇਸ ਕਰਕੇ ਫਿਰ ਸਿੰਘਾਂ ਨੇ ਵੀ ਜਥੇਬੰਦੀ ਕਾਇਮ ਕੀਤੀ ਆਪਣੀ। ਦੋਹਰਾ ਤੋ ਬਰਾੜ ਫਿਰ ਨਾ ਟਲੇ, ਪੜੇ ਪੈਰ ਤੀਏ ਸੋ। ਦਿਨ ਰਾਤ ਮਾੜੀ ਮੋਟੀ ਲੜਾਈ ਹੋਈ, ਦਿਨੇ 2 ਪੈਰ ਲੰਘ ਗਏ, ਤੀਜੇ ਪੈਰ ਬਰਾੜਾ ਨੇ ਫੇਰ ਹੱਲਾ ਬੋਲ ਦਿੱਤਾ। ਵੀ ਸੁਖਾ ਸਿੰਘ ਤੇ ਖੜੇ ਪਇਓ ਮੁੱਠ ਭੇੜੋ ਹੋਏ। ਸਿੰਘਾਂ ਨੇ ਉਸ ਵੇਲੇ ਤਿਆਰੀ ਕੀਤੀ ਤੇ ਲੜਾਈ ਸ਼ੁਰੂ ਹੋ ਗਈ। ਚੌਪਈ ਕਉ ਸਿੰਘ ਤੋਂ ਚੰਡੀ ਪੜਤੋ। ਕੋਈ ਸਿੰਘ ਚੰਡੀ ਦਾ ਪਾਠ ਕਰ ਰਹੇ ਸੀ, ਕਉ ਸਿੰਘ ਸੁਚੇ ਤੋਂ ਕਰਤੋ। ਕੋਈ ਸੁਚੇਤਾ ਭਾਵ ਜੰਗਲ ਪਾਣੀ ਗਏ ਹੋਏ ਸੀ। ਸੁਣਤ ਲੜਾਈ ਸਭ ਚੜ ਪੜੇ। ਲੜਾਈ ਸੁਣ ਕੇ ਸਿੰਘ ਸਾਰੇ ਹੀ ਤੁਰ ਪਏ। ਕਰੈ ਮਜਾਵੈ ਸਿੰਘਨ ਕੋ ਖੜੇ। ਉਹ ਜਿਹੜੇ ਆਏ ਸਨ ਉਹ ਮਜ਼ਾਕ ਕਰਦੇ, ਸਿੰਘਾਂ ਨੂੰ ਟਿਚਰਾਂ ਕਰਦੇ, ਲੜਾਈ ਦੇ ਲਈ ਉਕਸਾ ਰਹੇ ਸਨ। ਕੋਈ ਜਾਣੇ ਸਿੰਘ ਨੇੜ ਨਾ ਆਵੈ। ਉਹ ਇਹ ਸਮਝਦੇ ਸੀ ਵੀ ਸਿੰਘਾਂ ਨੇ ਸਾਡੇ ਨੇੜੇ ਨਹੀਂ ਆਉਣਾ, ਸਿੰਘਾਂ ਦੀ ਕੀ ਮਜਾਲ ਹੈ ਜੋ ਸਾਡੇ ਨੇੜੇ ਆ ਜਾਣ। ਹਮ ਬਰਛੀਆਂ ਤੇ ਦੂਰ ਰਹਾਵੈ। ਸਾਡੀਆਂ ਬਰਛੀਆਂ ਤੋਂ ਸਿੱਖ ਡਰਦੇ ਦੂਰ ਹੀ ਰਹਿਣਗੇ। ਹਮ ਵਡ ਭਾਗ ਜੋ ਹਮ ਪਰ ਆਵੈ। ਜਿਹੜਾ ਸਾਡੇ ਤੇ ਚੜ ਕੇ ਆਏਗਾ ਬਰਛੀ ਮਾਰ ਕੇ ਪਾੜ ਦੇਾਂਗੇ। ਮਾਰ ਬਰਛੀਆਂ ਘੋੜੇ ਲੈ ਜਾਵੈ। ਅਸੀਂ ਇਹਨਾਂ ਸਿੱਖਾਂ ਦੇ ਘੋੜੇ ਵੀ ਖੋਹ ਲੈਣੇ ਆ, ਬਰਛੀਆਂ ਮਾਰ ਮਾਰ ਕੇ। ਸਿੰਘਣ ਜਾਣਿਓ ਹਮ ਲੱਭਿਓ ਸ਼ਿਕਾਰ। ਉਹ ਸਿੰਘਾਂ ਨੇ ਸੋਚਿਆ ਵੀ ਕੋਈ ਗੱਲ ਨਹੀਂ, ਫਿਰ ਜੇ ਇਹ ਸਾਨੂੰ ਮਾਰਨਗੇ ਤੇ ਅਸੀਂ ਵੀ ਫਿਰ ਇਹਨਾਂ ਦਾ ਸ਼ਿਕਾਰ ਕਰਾਂਗੇ। ਲੈ ਬੰਦੂਕੇ ਬਰਛੀਆਂ ਮਾਰ। ਸਾਡੀਆਂ ਬੰਦੂਕਾਂ ਦਾ ਇਹਨੇ ਬਰਛੇ ਕੀ ਮੁਕਾਬਲਾ ਕਰਨਗੇ। ਇਮ ਕਰ ਹੱਲੋ ਦਵਲਨ ਪਇਓ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਲੜਾਈ ਟਾਲਦੇ ਸਨ। ਸਿੰਘ ਬਾਬਾ ਜੱਸਾ ਸਿੰਘ ਜੀ ਵਰਗੇ ਸਿਆਣੇ ਕਹਿੰਦੇ ਵੀ ਨਾ ਲੜੋ ਭਾਈ, ਆਪਾਂ ਅਬਦਾਲੀ ਨਾਲ ਲੜਾਂਗੇ ਕਿ ਇਹਨਾਂ ਲੋਕਾਂ ਨਾਲ ਲੜਾਂਗੇ। ਪਰ ਜਦੋਂ ਵੀ ਕੋਈ ਮੂਵਮੈਂਟ ਦੇਸ਼ ਦੀ ਆਜ਼ਾਦੀ ਵਾਲੇ ਪਰਵਾਨਿਆਂ ਦੀ ਚੜ੍ਹਦੀ ਹੈ, ਉਹਦੇ ਵਿੱਚ ਸਾਧ ਸੰਗਤ ਜੀ ਆਪਣੇ ਦੇਸ਼ ਵਾਲੇ ਲੱਤਾਂ ਖਿੱਚਿਆ ਕਰਦੇ ਆ। ਜਿਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਨੇ ਖਾਲਸਾ ਸਾਜਿਆ, ਜਦੋਂ ਸ਼ਸਤਰਧਾਰੀ ਫੌਜਾਂ ਤਿਆਰ ਕੀਤੀਆਂ ਨੇ, ਸਭ ਤੋਂ ਪਹਿਲਾਂ ਹਿੰਦੂ ਰਾਜਿਆਂ ਨੇ ਮਹਾਰਾਜ ਦੇ ਨਾਲ ਲੜਾਈ ਲੜੀ ਹੈ। ਹਾਲਾਂਕਿ ਗੁਰੂ ਸਾਹਿਬ ਦੀ ਭੀਮ ਚੰਦ ਨਾਲ ਕੋਈ ਲੜਾਈ ਨਹੀਂ ਸੀ, ਕੋਈ ਦੁਸ਼ਮਣੀ ਨਹੀਂ ਸੀ, ਕੋਈ ਮਤਲਬ ਹੀ ਨਹੀਂ ਸੀ, ਕੋਈ ਝਗੜਾ ਨਹੀਂ ਸੀ। ਬਸ ਖਾਲਸੇ ਦੀ ਸ਼ਾਨ ਨਹੀਂ ਵੇਖੀ ਗਈ। ਰਾਜਾ ਭੀਮ ਚੰਦ, ਅਜਮੇਰ ਚੰਦ, 22 ਧਾਰ ਦੇ ਰਾਜੇ ਅਕਾਰਨ ਵੈਰੀ ਬਣ ਗਏ। ਜਿੰਨੀ ਗੁਰੂ ਕਲਗੀਧਰ ਪਾਤਸ਼ਾਹ ਨੇ ਤਾਕਤ ਔਰੰਗਜ਼ੇਬ ਦੇ ਨਾਲ ਟੱਕਰ ਤੇ ਖਰਚਣੀ ਸੀ, ਉਹਦੇ ਅੱਧੇ ਨਾਲੋਂ ਜ਼ਿਆਦਾ ਇਹਨਾਂ ਦੇ ਖਰਚ ਹੋ ਗਈ। ਭੀਮ ਚੰਦ ਦੇ ਨਾਲ ਪਹਿਲਾਂ ਭੰਗਾਣੀ ਦਾ ਜੰਗ ਹੋਇਆ, ਫਿਰ ਬੜੇ ਜੰਗ ਹੁੰਦੇ ਹੀ ਰਹੇ ਰੋਜ਼। ਸੋ ਇਸੇ ਤਰ੍ਹਾਂ ਮਾਲਵੇ ਦੀ ਧਰਤੀ ਤੇ ਹੋ ਗਿਆ। ਸਿੰਘ ਆਏ ਸਨ ਟਾਈਮ ਕੱਟਣ ਲਈ, ਵੀ ਚਲੋ ਆਪਣੇ 2-4 ਮਹੀਨੇ ਕੱਟ ਕੇ ਸਰੀਰ ਠੀਕ ਕਰਾਂਗੇ, ਫਿਰ ਅਬਦਾਲੀ ਨਾਲ ਲੜਾਂਗੇ। ਪਰ ਇੱਥੇ ਦਿਨ ਕੱਟਣਾ ਔਖਾ ਹੋ ਗਿਆ, ਮੁਸੀਬਤ ਬਣ ਗਈ। ਸਿੰਘਾਂ ਨੂੰ ਇੱਕ ਘੜੀ ਵੀ ਨਹੀਂ ਖੜਨ ਦਿੰਦੇ। ਸਿੰਘਾਂ ਬਰਾੜਾਂ ਤੇ ਭੇੜ ਪਇਓ। ਉੱਥੇ ਬਰਾੜਾਂ ਦਾ ਤੇ ਸਿੰਘਾਂ ਦਾ ਭੇੜਾ ਮਚ ਗਿਆ, ਲੜਾਈ ਮਚ ਗਈ। ਹੋਏ ਚਾਹੇ ਹਮ ਬਰਛੀ ਚਲਾਵੈ। ਉਹ ਚਾਹੁੰਦੇ ਅਸੀਂ ਬਰਛੀਆਂ ਨਾਲ ਮਾਰ ਦਿਆਂਗੇ ਸਿੱਖਾਂ ਨੂੰ। ਸਿੰਘ ਗੋਲੀਆਂ ਸੋ ਅੱਗੇ ਗਿਰਾਵੈ। ਸਿੰਘ ਗੋਲੀਆਂ ਚਲਾਉਣ ਲੱਗ ਪਏ ਤੇ ਉਹ ਗੋਲੀਆਂ ਨਾਲ ਉਹਨਾਂ ਨੂੰ ਮਾਰਨ ਲੱਗੇ। ਵੈ ਬਰਛੀ ਸੁੱਟ ਖਾਲੀ ਜਾਹੇ। ਹੁਣ ਬਰਛੀ ਬੰਦੂਕ ਦਾ ਮੁਕਾਬਲਾ ਤਾਂ ਕਰ ਨਹੀਂ ਸਕਦੀ। ਠੀਕ ਹੈ ਕਿ ਬਰਛੀ ਦਾ ਹੱਥੋਂ ਹੱਥੀ ਲੜਾਈ 'ਚ ਤਾਂ ਬਰਛੀ ਕੰਮ ਆਉਂਦੀ ਹੈ, ਪਰ ਦੂਰੋਂ ਗੋਲੀ ਆਉਂਦੀ
ਉਹ ਫਿਰ ਬਰਛੀਆਂ ਸੁੱਟ ਕੇ ਭੱਜਣ ਲੱਗੇ। ਮਾਰ ਗੋਲਣ ਸਿੰਘ ਘੋੜੀ ਖਾਹੇ। ਸਿੰਘ ਗੋਲੀਆਂ ਮਾਰ ਕੇ ਨਾਲੇ ਉਹਨਾਂ ਦੇ ਬੰਦੇ ਮਾਰ ਰਹੇ, ਨਾਲੇ ਘੋੜੀਆਂ ਖੋਣ ਲੱਗੇ। ਦੋਹਰਾ ਓਏ ਸਿੰਘਨ ਕੋ ਇਮ ਲਬੈ ਜਿਮ ਲਵੈ ਬਟੇਰੋ ਬਾਜ। ਉਹ ਸਿੰਘਾਂ ਨੂੰ ਇਸ ਤਰ੍ਹਾਂ ਲੱਭਦੇ ਜਿਵੇਂ ਬਟੇਰੇ ਨੂੰ ਬਾਜ ਲੱਭਦਾ। ਰੋਜ਼ ਰੋਜ਼ ਕੈ ਦੁਖਨ ਤੇ ਕਰ ਲਿਓ ਅਬੈ ਇਨਕਾਜ। ਕਹਿੰਦੇ ਫਿਰ ਰੋਜ਼ ਦੇ ਰੋਜ਼ ਦੇ ਦੁੱਖਾਂ ਤੋਂ ਅੱਜ ਨਿਬੇੜਾ ਕਰ ਹੀ ਲਈਏ, ਫਿਰ ਜੇ ਨਹੀਂ ਮੁੜਦੇ ਤਾਂ ਲੜ ਹੀ ਲਓ। ਫਿਰ ਚੌਪਈ ਉੱਡੀ ਗਰਦ ਤੋਂ ਭਇਓ ਅੰਧੇਰੋ। ਬੜੀ ਲੜਾਈ ਮਚੀ, ਬੜੀ ਘੋੜਿਆਂ ਦੇ ਖੁਰਾਂ ਨਾਲ ਗਰਦ ਗੁਬਾਰ ਉੱਡਿਆ ਤੇ ਦਿਨ ਵਿੱਚ ਰਾਤ ਵਰਗਾ ਹਨੇਰਾ ਹੋ ਗਿਆ। ਤਹਿਨੈ ਸਿਆਪੈ ਮੇਰੋ ਤੇਰੋ। ਮੇਰਾ ਤੇਰਾ ਆਪਣਾ ਬਗਾਨਾ ਉੱਥੇ ਪਛਾਣਿਆ ਨਹੀਂ ਜਾਂਦਾ, ਇਹੋ ਜੀ ਹਾਲਤ ਹੋ ਗਈ। ਕਿਛਕ ਛਲਕਨ ਸੋ ਪਹਿਲੋ ਮਾਰੈ। ਸਿੰਘਾਂ ਨੇ ਪਹਿਲਾਂ ਛਲਕਾਂ ਕੀਤੀਆਂ ਬੰਦੂਕਾਂ ਦੀਆਂ, ਜਿਹਦੇ ਨਾਲ ਬਹੁਤ ਸਾਰੇ ਮਾਰੇ ਗਏ। ਕਿਛਕ ਆਵਾਜ਼ਨ ਡਰ ਘੋੜੀਆਂ ਡਾਰੈ। ਤੇ ਕਈ ਗੋਲੀਆਂ ਦੀ ਆਵਾਜ਼ ਨਾਲ ਘੋੜੀਆਂ ਡਰ ਕੇ ਭੱਜ ਪਈਆਂ। ਕੌਣ ਸਕੈ ਤਬ ਬਰਛੀ ਸੰਭਾਰ। ਉਸ ਵੇਲੇ ਬਰਛੀ ਕਹਿੰਦੇ ਸਾਹਮਣੇ ਜਦੋਂ ਗੋਲੀਆਂ ਦੀ ਬੁਛਾੜ ਪੈਣ ਲੱਗੀ। ਪਿੱਛੇ ਸਿੰਘ ਤੇ ਅਗੈ ਬਿਰਾੜ। ਹੁਣ ਹੋ ਕੇ ਬਿਰਾੜਾਂ ਦੇ ਪੈਰ ਉਖੜ ਗਏ, ਕਿਉਂਕਿ ਸਿੰਘ ਰੋਜ਼ ਦੇ ਲੜਾਕੇ ਸਨ, ਤਜਰਬੇਕਾਰ ਸਨ, ਜਿਹਦੇ ਕਰਕੇ ਸਿੱਖਾਂ ਨੇ ਉਹਨਾਂ ਨੂੰ ਅੱਗੇ ਲਾ ਲਿਆ। ਪੈਰ ਕਾਜ ਜਿਨ ਕੈ ਭੋਕੀਓ। ਇਸ ਤਰ੍ਹਾਂ ਇੱਕ ਪੈਰ ਤੱਕ ਇਹ ਲੜਾਈ ਹੋਈ ਮਾਲਵੇ ਦੀ ਧਰਤੀ ਤੇ ਤੋਂ ਲੈ ਗਏ ਆਪਣੋ ਜੀਓ। ਜਿਹੜੇ ਭੱਜ ਕੇ ਬਚੇ ਉਹ ਬਚ ਗਏ, ਜਿਹੜੇ ਸਾਹਮਣੇ ਆਏ ਉਹ ਮਾਰੇ ਗਏ। ਬਜਾਏ ਢੋਲ ਤੇ ਲੁੱਟਣ ਆਏ। ਜਿਹੜੇ ਢੋਲ ਵਜਾ ਕੇ ਖਾਲਸੇ ਨੂੰ ਲੁੱਟਣ ਆਏ ਸਨ, ਲੋਗੈ ਝਾੜਨ ਟੁੰਡੇ ਨਾ ਪਾਏ। ਉਹ ਭੱਜ ਗਏ, ਝਾੜਾਂ ਵਿੱਚ ਲੁਕ ਗਏ ਜਾ ਕੇ, ਫਿਰ ਟੁੰਡੇ ਵੀ ਨਹੀਂ ਲੱਭੇ। ਐਸੇ ਹੀ ਪਿਰਾੜਨ ਬਾਤ। ਇਸ ਤਰ੍ਹਾਂ ਦੀ ਗੱਲ ਮਾਲਵੇ ਵਿੱਚ ਹੋਈ ਸੀ ਸਾਧ ਸੰਗਤ ਜੀ ਸਨ 1762 ਦੇ ਵਿੱਚ। ਬਚੇ ਸੋ ਜਾਂ ਤੇ ਆ ਪਈ ਰਾਤ। ਜਿਹੜੇ ਬਚ ਗਏ ਭੱਜ ਗਏ, ਲੜ ਕੇ ਮਾਰੇ ਗਏ, ਰਾਤ ਪੈ ਗਈ। 15 ਸੈਦਲ ਘੋੜੀ ਆਈ। 1500 ਘੋੜੀਆਂ ਖਾਲਸੇ ਦੇ ਹੱਥ ਆ ਗਈਆਂ। 1500 ਘੋੜੀਆਂ ਬਰਾੜਾਂ ਤੋਂ ਖੋਹ ਲਈਆਂ ਸਿੰਘਾਂ ਨੇ। ਬਹੁਤ ਲੈ ਸੋ ਜੱਟ ਫੜਾਈ। ਔਰ ਬਹੁਤ ਸਾਰੇ ਪਿੰਡਾਂ ਦੇ ਜੱਟ ਫੜ ਵੀ ਲਏ, ਕਿ ਗ੍ਰਿਫਤਾਰ ਕਰ ਲਏ। ਦੋਹਰਾ ਕਿਛ ਖੋਏ ਕਿਛ ਬਚ ਗਏ ਸਿੰਘ ਮੁੜੇ ਉਹਨੇ ਘਰਵਾਰ। ਉਹ ਘੋੜੀਆਂ ਖੁਆ ਕੇ ਚਲੇ ਗਏ, ਕੁਝ ਫੜੇ ਗਏ, ਕੁਝ ਮਾਰੇ ਗਏ। ਇਸ ਤਰ੍ਹਾਂ ਸਿੰਘਾਂ ਨੇ ਉੱਥੇ ਲੜਾਈ ਜਿੱਤੀ ਹੈ। ਮਾਰੋ ਸਵੇਰੋ ਆਨ ਤੁਮ ਯੂ ਸਿੰਘਨ ਕਹਿਓ ਪੁਕਾਰ। ਤੇ ਉਹ ਫਿਰ ਇੱਕ ਜਾਂਦਿਆਂ ਕਹਿ ਗਏ ਸਵੇਰੇ ਤੁਹਾਨੂੰ ਦੇਖਾਂਗੇ, ਕਹਿੰਦੇ ਅੱਜ ਰਾਤ ਲੰਘ ਲੈਣ ਦਿਓ, ਸਵੇਰੇ ਅਸੀਂ ਸਾਰਾ ਮਾਲਵਾ ਇਕੱਠਾ ਕਰਕੇ ਤੁਹਾਡੇ ਮਗਰ ਲਾਵਾਂਗੇ, ਤੁਹਾਨੂੰ ਮਾਰਾਂਗੇ। ਚੌਪਈ ਸੋ ਨਠ ਗਏ ਤੈਂ ਹੋਤੀ ਸਵੇਰ। ਸੋ ਸਾਧ ਸੰਗਤ ਜੀ ਰਾਤੀ ਤਾਂ ਚਲੇ ਗਏ ਤੇ ਸਵੇਰ ਹੁਣ ਹੋਣੀ ਸੀ। ਪ੍ਰਾਤ ਸਿੰਘ ਚੜ ਜਾਪੈ ਫੇਰ। ਸਿੰਘਾਂ ਨੇ ਆਖਿਆ ਇਹਨਾਂ ਨੇ ਹਮਲਾ ਕਰਨਾ, ਆਪਾਂ ਪਹਿਲਾਂ ਹੀ ਹੱਲਾ ਕਰ ਦਈਏ, ਤੇ ਸਿੰਘ ਸਵੇਰੇ ਹੀ ਤਿਆਰ ਹੋ ਕੇ ਚੜ ਪਏ। ਦੇਖ ਸਿੰਘਨ ਕਰ ਸੁਨਨੇ ਪਰੇ। ਜਦੋਂ ਸਿੰਘਾਂ ਨੇ ਵੇਖਿਆ ਵੀ ਜਿਨ੍ਹਾਂ ਦੇ ਘਰਾਂ 'ਚ ਹਮਲਾ ਕੀਤਾ ਉਹਦੇ ਘਰਾਂ 'ਚ ਛੱਡ ਕੇ ਪਹਿਲਾਂ ਹੀ ਭੱਜੇ ਹੋਏ ਨੇ, ਘਰ ਖਾਲੀ ਪਏ ਨੇ। ਨਟਕਰ ਮਨੁੱਖ ਕਿਤੇ ਜਾਏ ਵੜੇ। ਲੋਕ ਘਰਾਂ 'ਚੋਂ ਨਿਕਲ ਕੇ ਕਿਤੇ ਬਾਹਰ ਦੂਰ ਚਲੇ ਗਏ ਨੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਸਿੱਖਾਂ ਨੇ ਆ ਪੈਣਾ ਹੈ। ਰਹੀ ਚੀ ਸਿੰਘਾਂ ਲੁੱਟ ਲਈ। ਫਿਰ ਸਿੰਘਾਂ ਨੇ ਉਹ ਇਲਾਕਾ ਲੁੱਟ ਲਿਆ। ਐਸੀ ਬਾਤ ਬਿੱਜੂ ਕੀ ਪਈ। ਇਹ ਬਿੱਜੂ ਕੀ ਪਿੰਡ ਹੈ, ਉੱਥੇ ਇਸ ਤਰ੍ਹਾਂ ਵਾਪਰਿਆ ਸੀਗਾ। ਸਿੰਘਾਂ ਲੁੱਟ ਗੁਜਰ ਪਰ ਪਲਕਰੀ। ਸੋ ਉਹ ਜਿਹੜੀ ਲੁੱਟਮਾਰ ਚ ਬਿੱਜੂ ਪਿੰਡ ਤੋਂ ਮਾਲ ਮਿਲਿਆ, ਥੋੜਾ ਬਾਲਾ ਲੰਗਰ ਪਾਣੀ, ਇੱਕ ਦੋ ਦਿਨ ਸਿੰਘਾਂ ਨੇ ਗੁਜ਼ਾਰਾ ਕੀਤਾ। ਬਹੁਤ ਚੀਤੀ ਉਆ ਉਨ ਪਰੀ। ਬਹੁਤ ਚੀਜ਼ਾਂ ਉੱਥੇ ਪਈਆਂ ਲੱਭ ਗਈਆਂ। ਖਾਲੀ ਘਰਨ ਤੈ ਸਿੰਘ ਵੜ ਰਹਿ। ਖਾਲੀ ਘਰਾਂ 'ਚ ਸਿੰਘ ਜਾ ਕੇ ਬਹਿ ਗਏ। ਕਿਚਕ ਦਿਵਸ ਸਿੰਘਨ ਕੱਢ ਲੈ। ਸਿੰਘਾਂ ਨੇ ਉਹਨਾਂ ਘਰਾਂ ਵਿੱਚ ਕਈ ਦਿਨ ਗੁਜ਼ਾਰਾ ਕੀਤਾ। ਬਿਰਾੜ ਵੜੇ ਜੈ ਔਰੈ ਥਾਏ। ਉਹ ਜਿਹੜੇ ਬਰਾੜ ਬਿੱਜੂਕੇ ਵਾਲੇ ਸਨ, ਉਹ ਕਿਸੇ ਹੋਰ ਪਿੰਡ ਵਿੱਚ ਜਾ ਕੇ ਲੁਕੇ, ਉਹਨਾਂ ਨੇ ਉੱਥੇ ਟਾਈਮ ਕੱਟਿਆ। ਕੋਟਕਪੂਰੇ ਫਰੀਦੈ ਵਾਏ। ਕੁਝ ਕੋਟਕਪੂਰੇ 'ਚ ਤੇ ਕੁਝ ਫਰੀਦਕੋਟ ਵਿਖੇ। ਔਰ ਜੋ ਉਥੇ ਬੜੇ ਗਿਰਾਉ। ਉਹ ਜਿਹੜੇ ਵੱਡੇ ਵੱਡੇ ਪਿੰਡ ਸਨ ਮਾਲਵੇ ਦੇ, ਸੋ ਹੋਏ ਬਹਿ ਫਿਰ ਇੱਕ ਥਾਉ। ਉਥੇ ਸਾਰਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਬਰਾੜਾਂ ਨੇ। ਰਾਤ ਚੋਰੀ ਕਿਤ ਲਗੇ ਸੋ ਆਏ। ਉਹਨਾਂ ਨੇ ਹੱਲਾ ਕੀਤਾ ਰਾਤ ਨੂੰ ਕਿਤੇ। ਦੀਨਾ ਸਿੰਘ ਤੇ ਪਾਸਨ ਤੇ ਜਾਏ। ਸੋ ਸਾਧ ਸੰਗਤ ਜੀ ਦਿਨੇ ਸਿੰਘਾਂ ਦੀ ਫੌਜ ਇਕੱਠੀ ਹੁੰਦੀ ਸੀ
ਤੇ ਰਾਤ ਨੂੰ ਕਿਤੇ ਨਾ ਕਿਤੇ ਉਹ ਹੱਲਾ ਕਰਕੇ ਨੁਕਸਾਨ ਕਰਨ ਲੱਗ ਪਏ। ਇਸ ਤਰ੍ਹਾਂ ਆਪਸ ਵਿੱਚ ਵੈਰ ਵਿਰੋਧ ਵੱਧਦਾ ਹੀ ਗਿਆ। ਦੋਹਰਾ ਰਤਨ ਸਿੰਘ ਨੇ ਜਿਮ ਸੁਣੀ ਤੈਸੇ ਦਈ ਲਖਾ। ਭਾਈ ਰਤਨ ਸਿੰਘ ਜੀ ਕਹਿੰਦੇ, ਜੋ ਮੈਂ ਆਪਣੇ ਬਜ਼ੁਰਗਾਂ ਤੋਂ ਉਸ ਵੱਡੇ ਘੱਲੂ ਘਾਰੇ ਤੋਂ ਬਾਅਦ ਦੀ ਮਾਲਵੇ ਦੇਸ਼ ਵਿੱਚ ਜੋ ਸਿੰਘਾਂ ਨਾਲ ਵਾਪਰੀ ਉਹ ਕਥਾ ਸੁਣੀ ਹੈ, ਉਹ ਮੈਂ ਲਿਖਾ ਦਿੱਤੀ ਹੈ। ਆਗੇ ਪਾਛੇ ਜਿਮ ਪਈ ਕਰਮ ਸੋ ਤਰੀ ਬਨਾ। ਜੋ ਅੱਗੇ ਪਿੱਛੇ ਹੁੰਦਾ ਰਿਹਾ ਹੈ ਥਾਂ ਥਾਈ ਉਹ ਕਰਮ ਲਿਖਿਆ ਹੈ। ਭਾਵ ਜਿਸ ਤਰ੍ਹਾਂ ਸੀਰੀਅਲ ਵਾਈ ਚਲਦੀ ਆਈ ਹੈ ਕਥਾ, ਉਸੇ ਤਰ੍ਹਾਂ ਬਿਆਨ ਕੀਤੀ ਹੈ। ਦੋਹਰਾ ਫਿਰ ਬਰਾੜਨ ਸਭਨ ਮਿਲ ਇਮ ਕਹਿ ਕਰੀ ਸਲਾਹ। ਫਿਰ ਸਾਰੇ ਬਰਾੜਾਂ ਨੇ ਸਲਾਹ ਕੀਤੀ ਵੀ ਇਹ ਤਾਂ ਸਾਡੇ ਪਿੰਡਾਂ ਦੇ ਵਿੱਚ ਕਬਜ਼ਾ ਕਰਕੇ ਬਹਿ ਗਏ ਨੇ, ਇਹ ਤਾਂ ਸਾਡੇ ਘਰਾਂ ਤੇ ਬਹਿ ਕੇ ਕਬਜ਼ਾ ਕਰਕੇ ਹੁਣ ਇਹਨਾਂ ਨੂੰ ਕਿੱਦਾਂ ਭਜਾਈਏ। ਉਹਨਾਂ ਨੇ ਸਲਾਹ ਇਸ ਤਰ੍ਹਾਂ ਦੀ ਬਣਾਈ। ਫਿਰ ਗਿਲਜਨ ਵਜਾ ਬਨਾਇਕੈ ਪਰੈ ਸਿੰਘਨ ਪਰਤਾਏ। ਕਹਿੰਦੇ ਆਪਾਂ ਗਿਲਜਿਆਂ ਵਾਲਾ ਭੇਸ ਬਣਾ ਲਈਏ, ਪਠਾਣਾ ਵਾਲਾ ਭੇਸ ਬਣਾ ਕੇ ਸਿੰਘਾਂ ਤੇ ਹੱਲਾ ਕਰੀਏ ਤਾਂ ਡਰ ਕੇ ਭੱਜਣਗੇ। ਚੌਪਈ ਸਿੰਘ ਗਿਲਜਨ ਲਖ ਜਾਵੇਂ ਭਾਜ। ਜਦੋਂ ਇਹ ਜਾਣਨਗੇ ਵੀ ਪਠਾਣ ਆ ਗਏ, ਆਪਾਂ ਪਠਾਣਾ ਵਾਲੇ ਕੱਪੜੇ ਪਾ ਲਈਏ, ਪਠਾਣਾ ਵਾਲੀਆਂ ਪੱਗਾਂ ਬੰਨ੍ਹ ਲਈਏ, ਉਦਾਂ ਦਾ ਰੂਪ ਬਣਾ ਕੇ ਇਹਨਾਂ ਨੂੰ ਡਰਾ ਦਈਏ ਤੇ ਭੱਜ ਜਾਣਗੇ। ਲੂਟ ਲੈ ਹਮ ਹੁਣ ਸਭ ਸਾਜ। ਔਰ ਇਹਨਾਂ ਦੇ ਘੋੜੇ ਘਾੜੇ ਖੋਹ ਲਈਏ, ਹਥਿਆਰ ਖੋਹ ਲਈਏ, ਇਹਨਾਂ ਨੂੰ ਖਾਲੀ ਤੋਰ ਦਈਏ। ਸੋ ਵਜਾ ਤਬ ਬਿਰਾੜਨ ਬਣਾਈ। ਸੋ ਸਾਧ ਸੰਗਤ ਜੀ ਬਰਾੜਾ ਨੇ ਉਹੋ ਜਿਹਾ ਹੀ ਰੂਪ ਬਣਾ ਲਿਆ। ਭਾਵ ਪਠਾਣਾ ਵਾਲੇ ਕੱਪੜੇ, ਉਦਾਂ ਦੀਆਂ ਹੀ ਪੱਗਾਂ ਬੰਨ੍ਹ ਲਈਆਂ। ਲਾਲ ਰੰਗ ਕਰਨ ਫੌਜ ਠਹਿਰਾਈ। ਲਾਲ ਰੰਗ ਦੀ ਫੌਜ ਦੀ ਵਰਦੀ ਕਰ ਲਈ ਜੋ ਪਠਾਨ ਪਾਇਆ ਕਰਦੇ ਸਨ। ਚੋਪ ਨਾਰਨ ਕੇ ਉਪਰੋਂ ਲਾਹੇ। ਆ ਘਰ ਵਾਲੀਆਂ ਦੇ ਜਿਹੜੇ ਉਹ ਹੁੰਦੇ ਨਾ, ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਫੁਲਕਾਰੀਆਂ ਕਹਿੰਦੇ ਆ, ਉਹ ਮਾਈਆਂ ਵਿਆਹ ਦੇ ਵਿੱਚ ਪਹਿਲਾਂ ਹੱਥ ਨਾਲ ਕਸੀਦਾ ਕੱਢ ਕੇ ਲਾਲ ਫੁਲਕਾਰੀਆਂ ਬਣਾ ਕੇ ਰੱਖਦੀਆਂ ਸੀ ਤੇ ਜਦੋਂ ਕਿਸੇ ਲੜਕੀ ਨੂੰ ਡੋਲੀ ਪਾਉਂਦੇ ਸੀ ਉਹਦੇ ਉੱਤੇ ਪਾ ਦਿੰਦੇ ਸੀ। ਉਦਾਂ ਦੀਆਂ ਉਹਨਾਂ ਨੇ ਫੁਲਕਾਰੀਆਂ ਘਰਾਂ ਵਾਲੀਆਂ ਦੀਆਂ ਲਾਹ ਕੇ ਤੇ ਪੱਗਾਂ ਬੰਨ੍ਹ ਲਈਆਂ। ਹੁਣ ਇੰਨੀ ਲਾਲ ਕੱਪੜੇ ਵਰਦੀਆਂ ਖਰੀਦਣੀਆਂ ਥੋੜਾ ਸੀ, ਪਰ ਰੂਪ ਜਿਹਾ ਬਣਾਉਣਾ ਸੀ ਵੀ ਸਿੱਖਾਂ ਨੇ ਜੇ ਲੱਗੇ ਵੀ ਬਰਾੜ ਨਹੀਂ ਪਠਾਣ ਆ ਕੇ ਪੈ ਗਏ ਨੇ। ਜੀਨ ਪੋਸ਼ ਕਰ ਘੋੜਨ ਪਾਏ। ਘੋੜਿਆਂ ਦੇ ਉੱਤੇ ਕਾਠੀਆਂ ਦੇ ਉੱਤੇ ਵੀ ਉਹਨਾਂ ਨੇ ਲਾਲ ਰੰਗ ਦੀਆਂ ਹੀ ਉਹ ਜੋ ਪਠਾਨ ਪਾਉਂਦੇ ਸਨ ਉਦਾਂ ਦੇ ਜੀਨ ਪੋਸ਼ ਪਾ ਲਏ। ਲਾਲ ਖੇਸ ਨਿਜ ਉੱਪਰ ਲੈ। ਲਾਲ ਖੇਸਾਂ ਦੀਆਂ ਬੁੱਕਲਾਂ ਮਾਰ ਲਈਆਂ ਤੇ ਮੂੰਹ ਨੂੰ ਮੁੰਡਾਸੇ ਵੀ ਮਾਰ ਲਏ। ਸਾਤ ਨੇਜਨ ਕੈ ਚੋ ਬੰਦੈ। ਤੇ ਆਪਣੇ ਨੇਜਿਆਂ ਬਰਛਿਆਂ ਦੇ ਨਾਲ ਉਹਨਾਂ ਨੇ ਉਹ ਚੋਭਾਂ ਜਿਹੜੀਆਂ ਹੁੰਦੀਆਂ ਲਾਲ ਸੰਗਲ ਕੀ ਕਹਿੰਦੇ, ਜਿਵੇਂ ਚੰਡੀ ਦੀ ਵਾਰ ਚ ਆਉਂਦਾ ਨਾ, ਬੰਬਲੀ ਆਲੇ ਨੇਜੇ ਦਿਸਣ ਓਰੜੇ, ਉਹ ਬੰਬਲੀ ਆਲੇ ਰੇਸ਼ਮ ਦੀਆਂ ਡੋਰਾਂ ਦੇ ਬੰਬਲ ਹੁੰਦੇ ਆ। ਇਹਨਾਂ ਨੇ ਉਦਾਂ ਹੀ ਵਿਚਾਰਿਆਂ ਨੇ ਜਿਹੋ ਜਿਹੀਆਂ ਸੂਤ ਸਾਤ ਦੀਆਂ ਬਣਾ ਕੇ ਬੰਨ੍ਹ ਲਈਆਂ ਵੀ ਪਠਾਣਾ ਦੀ ਪੂਰੀ ਸ਼ਕਲ ਬਣਾ ਲਈ। ਹਾਂਜੀ। ਨਿਸ਼ਾਨ ਬੈਰਕ ਜਿਮ ਉੱਚ ਕਰਾਏ। ਆਪਣੇ ਝੰਡੇ ਜਿਵੇਂ ਨਿਸ਼ਾਨ ਹੁੰਦੇ ਆ ਜੰਗ ਦੇ, ਏਦਾਂ ਉਹਨਾਂ ਨੇ ਅੱਗੇ ਕਰ ਲਏ। ਢੋਲ ਨਿਗਾਰਨ ਜਿਵੇਂ ਬਜਾਏ। ਢੋਲਾਂ ਨੂੰ ਨਗਾਰਿਆਂ ਤਰ੍ਹਾਂ ਵਜਾਇਆ ਵੀ ਜਿਵੇਂ ਨਗਾਰੇ ਵੱਜਦੇ ਹੋਣ, ਢੋਲਾਂ ਦੀ ਆਵਾਜ਼ ਏਦਾਂ ਦੀ ਕੀਤੀ। ਹਾਂਜੀ। ਮੋਰਖ ਹੈ ਸਿੰਘ ਕੇ ਰਹਿਤ ਥੇ ਖੜੇ। ਜਿਹੜੇ ਸਿੰਘਾਂ ਦੇ ਮੋਰਖੇ ਭਾਵ ਅੱਗੇ ਖੜੇ ਰਹਿੰਦੇ ਸੀ ਨਾ, ਤਿਆਰ ਬਰ ਤਿਆਰ ਹੋ ਕੇ ਸਿੰਘ, ਜਿਹੜੇ ਹਰ ਵੇਲੇ ਨਿਗਾਹ ਰੱਖਦੇ ਸਨ ਵੀ ਕੋਈ ਦੁਸ਼ਮਣ ਤਾਂ ਨਹੀਂ ਆ ਰਿਹਾ, ਕੋਈ ਖਤਰਾ ਤੇ ਨਹੀਂ ਹੈ, CID ਸਿੰਘਾਂ ਨੂੰ ਦਿੰਦੇ ਸਨ। ਉਹਨਾਂ ਨੂੰ ਪਤਾ ਲੱਗਾ ਨਜਲ ਲਾਲ ਰੰਗ ਆਵਤ ਬੜੇ। ਉਹਨਾਂ ਨੇ ਵੇਖਿਆ ਵੀ ਲਾਲ ਰੰਗ ਦੀਆਂ ਫੌਜਾਂ ਆ ਰਹੀਆਂ। ਉਹਨਾਂ ਨੇ ਸੋਚਿਆ ਵੀ ਪਠਾਨ ਆ ਗਏ। ਹਾਂਜੀ। ਉਹਨੂੰ ਨੱਠ ਭੱਜ ਆਏ ਕਰੀ ਪੁਕਾਰ। ਮੂਰਖਿਆਂ ਨੇ ਜਿਹੜੇ ਯਾਨੀ ਕਿ ਸਿੰਘਾਂ ਦੇ ਮੂਹਰੇ ਅੱਗੇ ਖਲੋਤੇ ਹੁੰਦੇ ਘੋੜਸਵਾਰ, ਭੇਦ ਦੇਣ ਲਈ, ਖਬਰ ਦੇਣ ਲਈ, ਉਹ ਭੱਜ ਕੇ ਆਏ। ਉਹਨਾਂ ਨੇ ਸਿੰਘਾਂ ਨੂੰ ਦੱਸਿਆ ਕਿ ਲਾਲ ਵਰਦੀਆਂ ਵਾਲੇ ਆ ਰਹੇ ਆ, ਕੋਈ ਪਠਾਨ ਜਾਪਦੇ ਨੇ। ਹਾਂਜੀ। ਦਲ ਨੱਠ ਤੁਰਿਓ ਨਾ ਕਰੀ ਸੰਭਾਰ। ਤੇ ਉਸ ਵੇਲੇ ਫਿਰ ਸਿੱਖਾਂ ਨੇ ਆਖਿਆ ਵੀ ਅਬਦਾਲੀ ਆ ਗਿਆ, ਹੁਣ ਤਾਂ ਨੁਕਸਾਨ ਜ਼ਿਆਦਾ ਹੋਏਗਾ, ਸਿੰਘ ਥੋੜੇ। ਉਹ ਘੋੜਿਆਂ ਤੇ ਸਵਾਰ ਹੋ ਕੇ ਦੌੜ ਪਏ। ਕਈ ਕੋਸ ਭੱਜ ਗਇਓ ਬਹੀਰ। ਕਈ ਕੋਸ ਸਿੰਘਾਂ ਦਾ ਵਹੀਰ ਦੌੜ ਕੇ ਗਿਆ ਵੀ, ਕਿਉਂਕਿ ਅਬਦਾਲੀ ਤੋਂ ਬਹੁਤ ਜ਼ਿਆਦਾ ਖਤਰਾ ਸੀ ਕਿ ਪਿੱਛੇ ਵੱਡੇ ਘੱਲੂ ਘਾਰੇ ਵਿੱਚ ਅਜੇ ਥੋੜੇ ਦਿਨ ਹੀ ਹੋਏ ਸਨ, ਸਿੰਘ ਮਾਰੇ ਗਏ ਸਨ ਬਹੁਤ ਜ਼ਿਆਦਾ, ਤੇ ਬਚਾ ਲਈ ਵਹੀਰ ਨੂੰ ਤੋਰ ਦਿੱਤਾ ਅੱਗੇ। ਤੋ ਸਿਰ ਧਾਰਨ ਕਰੀ ਤਦਬੀਰ। ਜਦੋਂ ਵਹੀਰ ਦੌੜ ਗਈ ਤਾਂ ਜੱਸਾ ਸਿੰਘ ਵਰਗੇ ਸਰਦਾਰਾਂ ਨੇ ਸਲਾਹ ਕੀਤੀ। ਦੋਹਰਾ ਸਿੰਘ ਸਰਦਾਰਨ ਤਬ ਕਹਿਓ ਖੜੇ ਅਬ ਕਰੋ ਸੰਭਾਲ। ਜਦੋਂ ਵਹੀਰ ਨੂੰ ਅੱਗੇ ਤੋਰ ਦਿੱਤਾ ਤੇ ਫਿਰ ਸਿੰਘਾਂ ਸਰਦਾਰਾਂ ਨੇ ਸਲਾਹ ਕੀਤੀ ਵੀ ਆਪਾਂ ਹੁਣ ਕੋਈ ਮੋਰਚੇ ਬੰਦੀ ਕਰੀਏ।
ਧਰਤੀ ਓੜਕ ਹਮਿਐ ਕਹਾਂ ਪੜੇ ਕਾਬਲੀ ਪਾਰ। ਹੁਣ ਆਪਾਂ ਧਰਤੀ ਦੇ ਓੜਕ ਤੇ ਆਏ ਖੜੇ ਆ, ਹੁਣ ਅੱਗੇ ਆਪਾਂ ਕਿੱਥੇ ਜਾਵਾਂਗੇ? ਕਾਬਲੀ ਕਿੱਥੋਂ ਤੱਕ ਜਾਏਗਾ ਸਾਡੇ ਮਗਰ ਅਬਦਾਲੀ? ਹਾਂਜੀ। ਚੌਪਈ ਜੋ ਅਬ ਨੱਠੇ ਅੱਗੇ ਜੇ ਜਾਵੈ। ਆਪਾਂ ਅੱਗੇ ਹੋਰ ਰਾਜਸਥਾਨ ਵੱਲ ਦੌੜਾਂਗੇ, ਬੀਕਾਨੇਰ ਵੱਲ ਜਾਂ ਹੋਰ ਅੱਗੇ ਜਾਵਾਂਗੇ, ਮਰੇ ਪਿਆਸੇ ਨੀਰ ਨਾ ਪਾਵੈ। ਉੱਥੇ ਉਂਝ ਪਿਆਸ ਨਾਲ ਮਰ ਜਾਵਾਂਗੇ, ਪਾਣੀ ਉੱਥੇ ਮਿਲਣਾ ਕੋਈ ਨਹੀਂ ਪੀਣ ਨੂੰ, ਤੇ ਰੇਤਾ ਹੀ ਰੇਤਾ ਹੈ। ਅੱਗੇ ਜੈਪੁਰ ਜੋਧਪੁਰ ਦਾ ਇਲਾਕਾ, ਉਦੈਪੁਰ ਦਾ, ਬੀਕਾਨੇਰ ਦਾ, ਪਿਆਸ ਨਾਲ ਮਰ ਜਾਵਾਂਗੇ। ਲੋੜ ਹੀ ਅਭੈ ਖਲੋਏ। ਹੁਣ ਸਿੰਘੋ ਇੱਥੇ ਹੀ ਖਲੋ ਜਾਈਏ ਤੇ ਇਹਨਾਂ ਪਠਾਣਾ ਨਾਲ ਆਪਾਂ ਇੱਥੇ ਹੀ ਲੜ ਲਈਏ। ਸਤਿਗੁਰ ਚਾਹੇ ਸੋ ਕਛ ਹੋਏ। ਜੋ ਗੁਰੂ ਨੂੰ ਮਨਜ਼ੂਰ ਹੈ ਹੋਣਾ ਤਾਂ ਉਹੀ ਹੈ। ਭਾਜੇ ਸਾਡੀ ਕਿਸਮਤ 'ਚ ਜਿੱਤ ਲਿਖੀ ਤਾਂ ਜਿੱਤ ਜਾਵਾਂਗੇ, ਨਹੀਂ ਇੱਥੇ ਮਾਰੇ ਜਾਵਾਂਗੇ, ਸ਼ਹੀਦ ਹੋ ਜਾਵਾਂਗੇ। ਖੜ ਸਿੰਘਾਂ ਨੇ ਕਰੇ ਨਿਗਾਰੇ। ਸਿੰਘਾਂ ਨੇ ਖਲੋ ਕੇ ਨਗਾਰੇ ਵਜਾ ਦਿੱਤੇ। ਨਿਸ਼ਾਨਨ ਵਾਰ ਨਿਸ਼ਾਨ ਸੰਭਾਰੇ। ਨਿਸ਼ਾਨ ਜੀ ਸਿੰਘਾਂ ਨੇ ਨਿਸ਼ਾਨਾਂ ਦੇ ਫਰਲੇ ਖੋਲ ਦਿੱਤੇ। ਸਿੰਘ ਸੂਰ ਮੈਂ ਪਿੱਛੇ ਮੁੜੇ। ਹੁਣ ਸਿੰਘ ਸੂਰ ਮੈਂ ਪਠਾਨ ਸਮਝ ਕੇ ਬਰਾੜਾ ਨੂੰ ਉਹਨਾਂ ਨਾਲ ਲੜਨ ਲਈ ਪਿਛਾ ਮੁੜ ਪਏ। ਸਰਦਾਰ ਸਭੇ ਖੜ ਪਿੱਛੇ ਜੁੜੇ। ਸਾਰੇ ਸਰਦਾਰ ਚੜ੍ਹਤ ਸਿੰਘ, ਜੱਸਾ ਸਿੰਘ, ਜੈ ਸਿੰਘ, ਰਾਮਗੜੀਆ, ਜੱਸਾ ਸਿੰਘ ਸਾਰੇ ਖਲੋ ਗਏ। ਸਰਦਾਰ ਚੜ੍ਹ ਸਿੰਘ ਤੋਂ ਪਿੱਛੇ ਰਹਿਓ। ਸਾਰਿਆਂ ਦੇ ਪਿੱਛੇ ਰਹਿ ਗਿਆ ਸੀ ਚੜ੍ਹਤ ਸਿੰਘ। ਸੋ ਖੜ ਮੁੜ ਸੰਗ ਬਰਾੜਨ ਖਿਓ। ਉਹਦੀ ਸਭ ਤੋਂ ਪਹਿਲੀ ਝਪਟ ਬਰਾੜਾ ਨਾਲ ਹੋ ਗਈ। ਉਹ ਲਖ ਲੀਨੋ ਪੇਤ ਬਿਰਾਰ। ਜਦੋਂ ਉਹਨੇ ਆਵਾਜ਼ਾਂ ਸੁਣੀਆਂ, ਉਹਨੇ ਆਖਿਆ ਇਹ ਤੇ ਬਰਾੜ ਦੇ ਕਹਿੰਦੇ, ਅਸੀਂ ਤੇ ਪਠਾਨ ਸਮਝੇ ਸੀ, ਇਹ ਤੇ ਬੋਲੀ ਇੱਧਰ ਦੀ ਬੋਲਦੇ। ਉਹਨੇ ਪਛਾਣ ਲਿਆ। ਹਾਂਜੀ। ਸਭ ਸਿੰਘਣ ਸੋ ਕਹਿਓ ਪੁਕਾਰ। ਉਹਨੇ ਉੱਚੀ ਆਵਾਜ਼ ਦੇ ਕੇ ਪਛਾਣ ਕੇ ਖਾਲਸੇ ਨੂੰ ਦੱਸਿਆ। ਸੁਣਤ ਸਿੰਘ ਮੁੜ ਕਰ ਦਇਓ ਹੱਲਾ। ਉਹ ਕੋਈ ਖਾਲਸਾ ਜੀ ਇਹ ਪਠਾਨ ਨਹੀਂ, ਆਪਾਂ ਇਹਨਾਂ ਨੂੰ ਪਠਾਨ ਸਮਝੀ ਬੈਠੇ ਸੀ, ਇਹ ਤਾਂ ਇੱਥੋਂ ਵਾਲੇ ਹੀ ਸਾਡੇ ਮਗਰ ਪਏ ਆ, ਜਿਹੜੇ ਜਿਨ੍ਹਾਂ ਨੂੰ ਆਪਾਂ ਭਜਾਇਆ ਸੀ ਉਹ ਫੇਰ ਆ ਗਏ ਆ। ਬਰਾੜਨ ਪੈਸੋ ਭਇਓ ਨਾ ਚੱਲਾ। ਜਦੋਂ ਸਾਰੇ ਸਿੰਘ ਇਕੱਠੇ ਹੋ ਕੇ ਪੈ ਗਏ ਤੇ ਫਿਰ ਬਰਾੜਾਂ ਦੇ ਪੈਰ ਫਿਰ ਉਖੜਨ ਲੱਗ ਪਏ। ਹੁਣ ਕਿਉਂਕਿ ਰੋਜ਼ ਦੇ ਤਜਰਬੇਕਾਰ ਸਿੰਘ ਜੰਗ ਦੇ, ਉਹਨਾਂ ਨੂੰ ਪਿੰਡੂ ਬੰਦੇ ਵਿਚਾਰੇ ਕਿੰਨਾ ਕੁ ਲੜ ਲੈਣਗੇ। ਠੀਕ ਹੈ ਕਿ ਉਹ ਲੜਾਕੇ ਸਨ, ਜਵਾਨ ਸਨ, ਪਰ ਜਿਹੜਾ ਜਥੇਬੰਦੀ ਲੜਾਈ ਹੁੰਦੀ ਹੈ, ਜਥੇਬੰਦੀ 'ਚ ਰਹਿਣਾ ਉਹ ਗੱਲ ਹੋਰ ਹੁੰਦੀ ਹੈ। ਜਿਹੜਾ ਮੇਰੇ ਵਰਗਾ ਵਿਚਾਰਾ ਕਦੀ ਪੱਠੇ ਕੁਤਰਦਾ ਘਰੋਂ ਤੁਰ ਕੇ ਡਾਂਗ ਲੈ ਕੇ ਆਇਆ ਹੋਵੇ, ਉਹ ਥੋੜਾ ਉੱਥੇ ਕਾਮਯਾਬ ਹੁੰਦਾ। ਸੋ ਉਹ ਬਰਾੜਾ ਕੋਲੋਂ ਹੱਲਾ ਖਾਲਸੇ ਦਾ ਫਿਰ ਝੱਲਿਆ ਨਾ ਗਿਆ। ਸੋ ਨਠ ਤੋਰੇ ਸਿੰਘ ਗੈਲ ਲਗਾਏ। ਉਹ ਅੱਗੇ ਨੂੰ ਨੱਠ ਪਏ ਬਰਾੜ, ਤੇ ਸਿੰਘ ਫੇਰ ਉਹਨਾਂ ਦੇ ਪਿੱਛੇ ਪੈ ਗਏ। ਕਿਛ ਫੜ ਲੈ ਕਿਛ ਗਏ ਵਗਾਏ। ਸਿੰਘਾਂ ਨੇ ਕੁਝ ਫੜ ਲਏ ਤੇ ਕੁਝ ਭੱਜ ਗਏ। ਦੋਰਾ ਜਿਨ ਕੈ ਪੁੱਤਰ ਫੜ ਲੈ ਸੁਣ ਆਈ ਤਿਨੈ ਕੀ ਮਾਏ। ਜਿਨ੍ਹਾਂ ਦੇ ਪੁੱਤਰ ਫੜੇ ਗਏ, ਸਿੰਘਾਂ ਨੇ ਕੈਦ ਕਰ ਲਏ, ਉਹਨਾਂ ਦੀਆਂ ਮਾਵਾਂ ਆਈਆਂ ਫਿਰ। ਲੀਨੇ ਪੁੱਤਰ ਛੁਡਾਏ ਓਨ ਸਿੰਘਨ ਬਾਤਾਂ ਲਾਏ। ਉਹਨਾਂ ਨੇ ਸਿੰਘਾਂ ਨੂੰ ਆ ਕੇ ਤਰਲੇ ਮਿੰਨਤਾਂ ਕੀਤੀਆਂ ਵੀ ਸਾਡੇ ਬੱਚਿਆਂ ਨੂੰ ਛੱਡ ਦਿਓ ਖਾਲਸਾ ਜੀ, ਇਹਨਾਂ ਕੋਲ ਗਲਤੀ ਹੋ ਗਈ। ਜਿਵੇਂ ਵੀ ਕਿਹਾ ਮਾਤਾਵਾਂ ਨੇ, ਮਾਈਆਂ ਭੈਣਾਂ ਨੇ, ਤੇ ਸਿੰਘਾਂ ਨੇ ਉਹਨਾਂ ਨੂੰ ਛੱਡ ਦਿੱਤਾ। ਚੌਪਈ ਸਿੰਘਨ ਬਰਾੜਨ ਪਰ ਰਹਿਓ ਬੈਰ। ਪਰ ਸਿੰਘਾਂ ਦੇ ਬਰਾੜਾਂ ਦਾ ਮਾਲ ਵਿੱਚ ਬੈਰ ਹੀ ਪੈ ਗਿਆ। ਸਿੰਘ ਕਰੇ ਨਾ ਤਿਨ ਸੰਗ ਖੈਰ। ਤੇ ਸਿੰਘ ਵੀ ਹੁਣ ਉਹਨਾਂ ਨਾਲ ਖੈਰ ਨਹੀਂ ਕਰਦੇ, ਫਿਰ ਲੜਾਈ ਹੋਣ ਲੱਗ ਪਈ। ਬਰਾੜ ਲਗੇ ਪਿੰਡ ਘੜੀ ਚਨਾਵਣ। ਹੁਣ ਬਰਾੜਾ ਨੇ ਆਖਿਆ ਵੀ ਇਹ ਤਾਂ ਰੋਜ਼ ਆ ਜਾਂਦੇ ਆ ਸਾਡੇ ਇਲਾਕੇ 'ਚ, ਇਹਨਾਂ ਨਾਲ ਲੜਨ ਲਈ ਹੁਣ ਆਪਾਂ ਨੂੰ ਗੜੀਆਂ ਬਣਾਉਣੀਆਂ ਪੈਣੀਆਂ। ਤੇ ਮਾਲਵੇ ਦੇ ਵਿੱਚ ਫਿਰ ਬਰਾੜਾ ਨੇ ਆਪਣੇ ਪਿੰਡਾਂ ਦੇ ਆਲੇ ਦੁਆਲੇ ਵੱਡੀਆਂ ਵੱਡੀਆਂ ਕੰਧਾਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲਗਿਓ ਖਾਲਸੋ ਮੋਰਚੇ ਲਾਵਣ। ਸਿੰਘਾਂ ਦੇ ਤੇ ਉਹਨਾਂ ਨਾਲ ਮੋਰਚੇ ਲੱਗਣ ਲੱਗ ਪਏ। ਕੱਚੇ ਖੂਨ ਜਬ ਚਪ ਮੁਕ ਆ ਜਾਏ। ਜਿਹੜੇ ਕੱਚੇ ਖੂਹ ਸੀ ਉਹਨਾਂ 'ਚ ਪਾਣੀ ਛੇਤੀ ਮੁੱਕ ਜਾਂਦਾ ਸੀ। ਬਰਾੜ ਨਟੇ ਛੱਡ ਸੋਈ ਥਾਏ। ਸਿੰਘ ਹੱਲਾ ਕਰਕੇ ਉਹਨਾਂ ਤੋਂ ਜਗ੍ਹਾ ਛੁਡਾ ਲੈਂਦੇ ਸੀ। ਹਾਂਜੀ। ਸਿੰਘ ਬਰਾੜ ਨਿਕਲ ਤੋਂ ਦੇਹ। ਸਿੰਘ ਬਰਾੜਨ ਨਿਕਲਣ ਤੋਂ ਦੇਹ। ਸਿੰਘ ਬਰਾੜਾ ਨੂੰ ਜਦੋਂ ਜਾਣ ਦਿੰਦੇ ਵੀ ਜਾਂਦੇ ਤਾਂ ਜਾਣ ਦਿਓ। ਪੈਸ ਘੋੜੀ ਕੱਢ ਚੰਗੀ ਲੇਹ। ਫਿਰ ਉਹਨਾਂ ਦੇ ਜਿਹੜੇ ਉਹ ਤਾਂ ਚਲੇ ਜਾਂਦੇ, ਉਹਦੇ ਪਿੰਡਾਂ 'ਚ ਮੱਝਾਂ ਗਊਆਂ ਘੋੜੀਆਂ ਸਿੰਘ ਖੋਹ ਲੈਂਦੇ ਸੀ। ਬਰਾੜ ਸਿੰਘਨ ਤੇ ਹਾਰੇ। ਇਸ ਤਰ੍ਹਾਂ ਬਰਾੜ ਫਿਰ ਸਿੰਘਾਂ ਤੋਂ ਹਾਰ ਗਏ। ਕਰਤੂਤ ਆਪਣੀ ਪੈ ਖੁਆਰੇ। ਆਪਣੀ ਕਰਤੂਤ ਕਰਕੇ ਪਰੇਸ਼ਾਨ ਹੋਏ, ਖੁਆਰ ਹੋਏ, ਬਿਨਾਂ ਵਜ੍ਹਾ ਲੜਾਈ ਛੇੜ ਬੈਠੇ। ਕਿਸੇ ਜੁਮੈ ਸਿੰਘ ਨਜ਼ਰਾਂ ਨਾ ਟਿਕਾਵੇਂ। ਫਿਰ ਸਿੰਘਾਂ ਨੇ ਆਖਿਆ ਵੀ ਹੁਣ ਤੁਹਾਨੂੰ ਇਦਾਂ ਨਹੀਂ ਛੱਡਣਾ, ਹੁਣ ਤੁਹਾਨੂੰ ਸਾਡੇ ਨੂੰ ਨਜ਼ਰਾਨਾ ਦੇਣਾ ਪਏਗਾ, ਟੈਕਸ ਦੇਣਾ ਪਏਗਾ। ਕਿਸੇ ਜੁਮੈ ਸਿੰਘ ਸਾਕ ਠਹਿਰਾਵੇਂ। ਤੇ ਫਿਰ ਕਿਤੇ ਰਿਸ਼ਤੇ ਨਾਤੇ ਹੋਣ ਲੱਗ ਪਏ, ਵਿੱਚ ਸਿਆਣੇ ਬੰਦੇ ਪੈ ਗਏ।
ਬਾਬਾ ਆਲਾ ਸਿੰਘ ਜੀ ਪਟਿਆਲੇ ਵਾਲੇ ਬੜੇ ਸਮਝਦਾਰ ਸਨ। ਉਹਨਾਂ ਨੇ ਬਰਾੜਾ ਨੂੰ ਪਿੰਡਾਂ ਜਾ ਕੇ ਸਮਝਾਇਆ ਵੀ ਤੁਸੀਂ ਖਾਲਸੇ ਨਾਲ ਕਿਉਂ ਮੱਥਾ ਟਾਂਦੇ ਹੋ ਬਿਨਾਂ ਮਤਲਬ ਦੇ। ਉਹ ਸਾਡੇ ਭਰਾ ਨੇ, ਉਹ ਅਬਦਾਲੀ ਨਾਲ ਲੜਦੇ ਨੇ, ਟਾਈਮ ਕੱਟਣ ਲਈ ਤੁਹਾਡੇ ਕੋਲ ਆਉਂਦੇ ਨੇ, ਤੁਸੀਂ ਉਹਨਾਂ ਦਾ ਸਤਿਕਾਰ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਵਿਗਾੜ ਤਾਂ ਨਾ ਕਰੋ। ਫਿਰ ਸਿਆਣੇ ਸਿੰਘਾਂ ਨੇ ਵਿੱਚ ਪੈ ਗਏ। ਬਰਾੜਾਂ ਦੇ ਵਿੱਚ ਇੱਕ ਸਿਆਣੇ ਸਨ ਕਈ ਬੰਦੇ, ਉਹਨਾਂ ਨੇ ਸਿੰਘਾਂ ਨਾਲ ਸਮਝੌਤੇ ਸ਼ੁਰੂ ਕਰ ਦਿੱਤੇ। ਯੋਂ ਕਰ ਸਿੰਘ ਰਇਤ ਬਣਾਏ, ਹੌਲੇ ਹੌਲੇ ਸਿੰਘਾਂ ਨੇ ਉਹਨਾਂ ਨੂੰ ਰਈਅਤ ਬਣਾ ਲਿਆ, ਪਰਜਾ ਬਣਾ ਲਿਆ ਆਪਣੀ। ਫਿਰ ਉਹ ਨਹੀਂ ਕਰ ਡੇਰੇ ਲਾਏ, ਫਿਰ ਉੱਥੇ ਹੀ ਡੇਰੇ ਲਾਉਣ ਲੱਗ ਪਏ। ਉਹ ਤਾਂ ਇੱਕ ਹਵਾ ਸੀ ਜਿਹੜੀ ਆਈ ਤੇ ਗਈ। ਭਾਵ ਸਿੰਘ ਫਿਰ ਬਰਾੜਾਂ ਦੇ ਨੇੜੇ ਕਿਤੇ ਰਿਸ਼ਤੇ ਨਾਤੇ ਹੋ ਗਏ, ਮਾਝੇ ਮਾਲਵੇ ਦੇ ਆਪਸ ਵਿੱਚ, ਕਿਤੇ ਮਾਇਆ ਦਾ ਲੈਣ ਦੇਣ ਕਰ ਲਿਆ, ਕਿਤੇ ਕੁਛ ਕਰ ਲਿਆ। ਇਸ ਤਰ੍ਹਾਂ ਖਾਲਸੇ ਨੇ ਫਿਰ ਮਾਲਵੇ ਦੇ ਵਿੱਚ ਆਪਣਾ ਜਿਹੜਾ ਠਈਆ ਸੀ ਉਹ ਪੱਕਾ ਕਰ ਲਿਆ। ਫਿਰ ਸਿੰਘਨ ਕੇ ਤੇ ਪੈ ਦਾਸ, ਫਿਰ ਉਹ ਸਿੰਘਾਂ ਦੇ ਦਾਸ ਬਣ ਗਏ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਏ ਨੂੰ ਸਰਦਾਰ ਜੱਸਾ ਸਿੰਘ ਸਰਦਾਰ ਆਲਾ ਸਿੰਘ ਜੀ ਔਰ ਬੇਨਤੀ ਕੀਤੀ, ਖਾਲਸਾ ਜੀ ਸਾਨੂੰ ਅੰਮ੍ਰਿਤ ਦੀ ਦਾਤ ਆਪਣੇ ਹੱਥੀਂ ਦਿਓ। ਪਿੰਡ ਠੀਕਰੀਵਾਲ ਦੇ ਵਿੱਚ ਬਾਬਾ ਜੱਸਾ ਸਿੰਘ ਜੀ ਨੇ ਆਪਣੇ ਹੱਥੀਂ ਆਲਾ ਸਿੰਘ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਪੰਥ ਵਿੱਚ ਸ਼ਾਮਲ ਕੀਤਾ। ਬਾਬੇ ਆਲਾ ਸਿੰਘ ਹੋਰਾਂ ਨੇ ਉੱਥੇ ਲੰਗਰ ਲਾਇਆ ਹੋਇਆ ਸੀ। ਰਾਣੀ ਫਤਿਹ ਕੌਰ ਜਿਹਨੂੰ ਕਹਿੰਦੇ ਆ, ਮਹਾਰਾਣੀ ਆਲਾ ਸਿੰਘ ਦੀ ਘਰ ਵਾਲੀ, ਉਹ 8 ਪਹਿਰ ਲੰਗਰ ਵਰਤਾਇਆ ਕਰਦੀ ਸੀ। ਦਾਲਾਂ ਭਾਜਾ ਆਪਣੇ ਹੱਥੀਂ ਤਿਆਰ ਕਰਨਾ, ਪ੍ਰਸ਼ਾਦੇ ਬਣਾਉਣੇ, ਤੇ ਉਹਨੂੰ ਇਹ ਨਹੀਂ ਸੀ ਕਿ ਮੈਂ ਰਾਣੀ ਆ। ਖਾਲਸੇ ਪੰਥ ਦੇ ਵਿੱਚ ਸੇਵਾ ਵਿੱਚ ਉਹ ਤਤਪਰ ਹੋ ਕੇ ਸੇਵਾ ਕਰਦੀ ਸੀ। ਤੇ ਸਾਧ ਸੰਗਤ ਜੀ ਇੱਕ ਦਿਨ ਇੱਕ ਨਿਹੰਗ ਸਿੰਘ ਦੇ ਬਾਟੇ 'ਚ ਉਹਨੇ ਦਾਲ ਪਾਈ। ਦਾਲ ਪਤਲੀ ਸੀ ਤੇ ਉਹ ਕਹਿੰਦਾ ਮੈਂ ਇਹਨੂੰ ਕੀ ਕਰਾਂ। ਰਾਣੀ ਕਹਿੰਦੀ ਪਾ ਦੇ ਮੇਰੇ ਸਿਰ ਵਿੱਚ। ਨਿਹੰਗ ਸਿੰਘ ਨੇ ਤੱਤੀ ਦਾਲ ਮਾਈ ਦੇ ਸਿਰ 'ਚ ਪਾ ਦਿੱਤੀ। ਰਾਣੀ ਫਤਿਹ ਕੌਰ ਗਈ, ਆਲਾ ਸਿੰਘ ਕਹਿੰਦੀ ਸਿੰਘ ਸਾਹਿਬ ਆਹ ਵੇਖੋ, ਤੁਸੀਂ ਕਹਿੰਦੇ ਇਹਨਾਂ ਨੂੰ ਲੰਗਰ ਛਕਾਓ, ਆਹ ਲੰਗਰ ਦਾ ਹਾਲ ਹੈ, ਮੇਰੇ ਸਿਰ 'ਚ ਦਾਲ ਪਾਤੀ ਤੱਤੀ। ਉਹ ਸਰਦਾਰ ਆਲਾ ਸਿੰਘ ਬੜੇ ਗੁਰਮੁਖ ਸੀਗੇ। ਉਹ ਕਹਿਣ ਲੱਗੇ ਫਤਿਹ ਕੌਰ ਤੂੰ ਖਾਲਸੇ ਦਾ ਸ਼ੁਕਰਾਨਾ ਕਰ, ਤੇਰੇ ਸਿਰ ਤੁਰਕਾਂ ਨੇ ਤੱਤਾ ਤੇਲ ਪਾਉਣਾ ਸੀ, ਸਿੰਘਾਂ ਨੇ ਦਾਲ ਨਾਲ ਹੀ ਕੰਮ ਸਾਰ ਦਿੱਤਾ। ਕੁਛ ਨਹੀਂ ਹੁੰਦਾ, ਗੁੱਸਾ ਨਹੀਂ ਕਰੀਦਾ। ਇਹੋ ਜਿਹੇ ਪ੍ਰੇਮੀ ਵੀ ਸਨ ਸਾਧ ਸੰਗਤ ਜੀ। ਤੋ ਹਰ ਸਮਾਜ ਵਿੱਚ, ਹਰ ਬਰਾਦਰੀ ਵਿੱਚ, ਹਰ ਕੌਮ ਵਿੱਚ, ਹਰ ਦੇਸ਼ ਵਿੱਚ 2 ਤਰ੍ਹਾਂ ਦੇ ਲੋਕ ਹੁੰਦੇ ਹੈ। ਮਾਝੇ ਵਿੱਚ ਵੀ ਸਨ। ਮਾਝੇ ਵਿੱਚ ਜਿਹੜੇ ਸਿੰਘ ਮਾਲਵੇ ਜਾ ਕੇ ਦਿਨ ਕੱਟਦੇ ਸਨ, ਉਹ ਆਪਣੇ ਭਰਾਵਾਂ ਤੋਂ ਤੰਗ ਆ ਕੇ ਕੱਟਦੇ ਸਨ। ਮਾਝੇ ਵਾਲੇ ਕਿਹੜਾ ਉਹਨਾਂ ਨੂੰ ਟਿਕਣ ਦਿੰਦੇ ਸਨ। ਇਸੇ ਤਰ੍ਹਾਂ ਮਾਲਵੇ ਵਿੱਚ ਵੀ 2 ਤਰ੍ਹਾਂ ਦੇ ਸਨ, ਸਿੱਖਾਂ ਨੂੰ ਪ੍ਰੇਮ ਕਰਨ ਵਾਲੇ ਵੀ ਤੇ ਸਿੱਖਾਂ ਦੀ ਜਾਨ ਦੇ ਦੁਸ਼ਮਣ ਵੀ। ਤੋ ਸਾਰਿਆਂ ਨੂੰ ਬੜੇ ਤਰੀਕੇ ਨਾਲ ਨਜਿੱਠਣਾ ਪੈਂਦਾ ਸੀ। ਕਿਤੇ ਲੜਾਈ ਕਰਨੀ ਪੈਂਦੀ ਸੀ, ਕਿਤੇ ਸਮਝੌਤਾ ਕਰਨਾ ਪੈਂਦਾ ਸੀ। ਇਸ ਤਰ੍ਹਾਂ ਦਾ ਉਹ ਸਮਾਂ ਸੀ। ਭਾਈ ਸਾਹਿਬ ਲਿਖ ਰਹੇ ਰਤਨ ਸਿੰਘ ਜੀ, ਗੁਜਰ ਕਰੇ ਖਾਲਸਾ ਯੂੰ ਖਾਸ। ਇਸ ਤਰ੍ਹਾਂ ਖਾਲਸਾ ਗੁਜਰ ਕਰ ਰਿਹਾ ਸੀ। ਦਿਨ ਕੱਟੀ ਕਰਨੀ ਪੈਂਦੀ ਸੀ। ਮਾਲਵਾ ਹੀ ਸਿੱਖਾਂ ਦਾ ਇੱਕ ਤਰ੍ਹਾਂ ਨਾਲ ਟਿਕਾਣਾ ਸੀ, ਆਰਾਮਗਾਹ ਸੀ। ਉਸੀ ਦੇ ਸਿੰਘ ਫਿਰ ਬੜੇ ਉਨਕੋ ਠੀਕ ਬਣਾਏ। ਫਿਰ ਉਹਨਾਂ ਨੂੰ ਠੀਕ ਕਰ ਲਿਆ, ਸਮਝਾ ਲਿਆ। ਕੁਝ ਬਾਬੇ ਆਲਾ ਸਿੰਘ ਵਰਗੇ ਸਿਆਣੇ ਬੰਦਿਆਂ ਨੇ ਤੇ ਕੁਝ ਡੰਡੇ ਨਾਲ ਸਿੱਧੇ ਕਰ ਲਏ। ਜਿਵੇਂ ਜਿਵੇਂ ਹੋਇਆ, ਕਿਉਂਕਿ ਲੜਾਈ 'ਚ ਸਾਰੇ ਦਾਅ ਵਰਤਣੇ ਪੈਂਦੇ ਹੈ, ਉਹ ਵਰਤ ਕੇ ਫਿਰ ਮਾਲਵੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋਇਆ। ਜਿਹੜੇ ਹੁਣ ਮਾਲਵੇ 'ਚ ਬਹੁਤੇ ਸਿੱਖ ਨਜ਼ਰ ਆਉਂਦੇ ਆ, ਉਹ ਫਿਰ ਸਿੰਘਾਂ ਨੇ ਅੰਮ੍ਰਿਤ ਛਕਾ ਕੇ ਕਈਆਂ ਨੂੰ ਸਮਝਾ ਕੇ ਸਿੱਖੀ ਦਾ ਬੂਟਾ ਲਾ ਦਿੱਤਾ। ਅੱਗੇ ਆਓ ਸੋ ਮਿਲੈ ਕਰ ਆਪਣੇ ਲੇ ਉਤਰਾਏ। ਹੁਣ ਅੱਗੇ ਜਿਵੇਂ ਕਰਦੇ ਸੀ ਉਵੇਂ ਨਹੀਂ ਕਰਦੇ। ਹੁਣ ਜੇ ਸਿੰਘ ਆਉਣ ਲੱਗ ਪਏ ਤੇ ਮਾਲਵੇ ਵਾਲੇ ਕਹਿੰਦੇ ਆਓ ਭਰਾ ਜੀ ਆ ਜਾਓ, ਬਹਿ ਜਾਓ, ਲਾ ਲਓ 2-4 ਦਿਨ ਸਾਡੇ ਪਿੰਡ 'ਚ। ਫਿਰ ਉਹ ਪਿਆਰ ਬਣ ਗਿਆ। ਸੋ ਇਹ ਤਾਂ ਸਾਧ ਸੰਗਤ ਜੀ ਮਾਹੌਲ ਹੀ ਹੁੰਦਾ। ਕਦੀ ਬੰਦਾ ਭਰਾ ਦਾ ਭਰਾ ਵੈਰੀ ਬਣ ਜਾਂਦਾ ਤੇ ਕਦੀ 7 ਬਗਾਨੇ ਭਰਾ ਬਣ ਜਾਂਦੇ ਆ। ਇੱਦਾਂ ਦੀ ਹਾਲਾਤ ਬਣੀ ਸੀ 1762 ਦੇ ਵਿੱਚ। ਜੈ ਪਾਉਲੇ ਪੰਥ ਰਲੇ ਸੋ ਤੋਂ ਪੈ ਨਿਹਾਲ। ਜਿਹੜੇ ਉਹ ਸਿਆਣੇ ਸਨ, ਸਮਝਦਾਰ ਸਨ, ਗੁਰੂ ਘਰ ਦੀ ਮਹਿਮਾ ਨੂੰ ਜਾਣਨ ਵਾਲੇ ਸਨ, ਉਹਨਾਂ ਨੇ ਆਖਿਆ ਆਪਾਂ ਇਹਨਾਂ ਭਰਾਵਾਂ ਨਾਲ ਕਿਉਂ ਲੜਦੇ ਹਾਂ, ਆਪਾਂ ਇਹਨਾਂ ਦੇ ਨਾਲ ਅੰਮ੍ਰਿਤ ਛਕ ਕੇ ਰਲ ਜਾਈਏ, ਆਪਾਂ ਵੀ ਸਰਦਾਰ ਬਣ ਜਾਵਾਂਗੇ, ਆਪਾਂ ਵੀ ਸਿੰਘ ਬਣ ਜਾਵਾਂਗੇ। ਉਹ ਪੰਥ ਵਿੱਚ ਖੰਡੇ ਦਾ ਅੰਮ੍ਰਿਤ ਛਕ ਕੇ ਰਲ ਗਏ, ਸਿੰਘ ਬਣ ਗਏ ਤੇ ਨਿਹਾਲ ਹੋ ਗਏ। ਲੋਕ ਵੀ ਸੁਧਰ ਗਿਆ, ਪਰ ਲੋਕ ਵੀ ਸੁਧਰ ਗਿਆ। ਰਤਨ ਸਿੰਘ ਸੁਣ ਪਿਤਾ ਤੇ ਤੈਸੀ ਲਿਖੀ ਸੰਭਾਲ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪਣੇ ਪਿਤਾ ਜੀ ਤੋਂ ਇੱਕ ਕਥਾ ਸੁਣੀ ਸੀ ਵੱਡੇ ਘੱਲੂ ਘਾਰੇ ਦੀ, ਤੇ ਉਸ ਤੋਂ ਬਾਅਦ ਮਾਲਵੇ ਦੇ ਵਿੱਚ ਜੋ ਕੁਝ
ਉੱਥੇ ਦਾ ਮਾਹੌਲ ਖਰਾਬ ਹੋਇਆ। ਫਿਰ ਸਿੰਘਾਂ ਸਿਆਣਿਆਂ ਨੇ ਠੀਕ ਵੀ ਕੀਤਾ। ਉਹ ਸਾਰੀ ਕਥਾ ਇੱਥੇ ਲਿਖ ਦਿੱਤੀ ਹੈ। ਸੋ ਸਾਧ ਸੰਗਤ ਜੀ, ਕਈ ਰੰਗ ਪੰਥ ਖਾਲਸੇ ਤੇ ਆਏ, ਪਰ ਇਸ ਤੋਂ ਬਾਅਦ ਹੌਲੇ-ਹੌਲੇ ਸਿੱਖਾਂ ਦਾ ਰਾਜ ਬਣਨਾ ਸ਼ੁਰੂ ਹੋ ਗਿਆ। ਸਿੰਘਾਂ ਨੇ ਇਲਾਕੇ ਮੱਲਣੇ ਸ਼ੁਰੂ ਕਰ ਦਿੱਤੇ। ਅਬਦਾਲੀ ਦੀ ਨੱਕ ਤੇ ਹਰਿਮੰਦਰ ਸਾਹਿਬ ਦੀ ਇੱਟ ਉੱਡ ਕੇ ਵੱਜੀ ਸੀ ਜਦੋਂ ਉਹਨੇ ਬਰੂਦ ਨਾਲ ਉਡਾਇਆ ਸੀ ਹਰਿਮੰਦਰ ਸਾਹਿਬ ਨੂੰ। ਉਸੇ ਨਸੂਰ ਨਾਲ ਅਬਦਾਲੀ ਦੀ ਮੌਤ ਹੋ ਗਈ। ਅਫਗਾਨਿਸਤਾਨ ਵੱਲੋਂ ਆਉਣ ਵਾਲੀਆਂ ਮੁਹਿੰਮਾਂ ਦਾ ਜ਼ੋਰ ਘਟਦਾ ਗਿਆ ਤੇ ਸਿੰਘਾਂ ਦਾ ਬਲ ਵੱਧਦਾ ਗਿਆ। ਉਹ ਕਥਾ ਅਗਲੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ